हाँ जी, ਅੱਜ ਆਪਾਂ ਅਗਲਾ ਲੈਸਨ ਕਰਨ ਜਾ ਰਹੇ ਹਾਂ 7th ਕਲਾਸ ਦਾ। ਨਾਮ ਹੈ ਕੁਦਰਤੀ ਬਨਸਪਤੀ ਅਤੇ ਜੰਗਲੀ ਜੀਵ, ਜਿਹੜਾ ਕਿ 5ਵਾਂ ਲੈਸਨ ਆ। ਠੀਕ ਹੈ, 7th ਕਲਾਸ 5ਵਾਂ ਲੈਸਨ SST ਦਾ। ਤੇ ਇਸ ਤੋਂ ਪਹਿਲਾਂ ਵੀ ਜਿਹੜੇ ਮੈਂ ਵੀਡੀਓਜ਼ ਪਾਏ ਤੁਸੀਂ ਉਹ ਵੀ ਦੇਖ ਸਕਦੇ ਹੋ। ਤੇ ਇੰਗਲਿਸ਼ ਵਿੱਚ ਇਸ ਚੈਪਟਰ ਦਾ ਨਾਮ ਹੈ ਨੇਚੁਰਲ ਵੈਜੀਟੇਸ਼ਨ ਐਂਡ ਵਾਈਲਡ ਲਾਈਫ। ਠੀਕ ਹੈ, ਹੁਣ ਜਿਹੜਾ ਸਭ ਤੋਂ ਫਸਟ ਕੁਐਸਚਨ ਆ ਆਪਾਂ ਉਹ ਦੇਖ ਲੈਂਦੇ ਹਾਂ। ਪਹਿਲਾ ਕੁਐਸਚਨ ਕੀ ਆ, ਕੁਦਰਤੀ ਬਨਸਪਤੀ ਤੋਂ ਕੀ ਭਾਵ ਹੈ। ਜਿਵੇਂ ਕਿ ਆਪਾਂ ਨੂੰ ਕੁਦਰਤੀ ਬਨਸਪਤੀ ਹੈਡਿੰਗ ਹੀ ਦਿੱਤਾ ਹੋਇਆ, ਪਰ ਇਹਦਾ ਮਤਲਬ ਕੀ ਹੁੰਦਾ, ਕੁਦਰਤੀ ਬਨਸਪਤੀ ਹੁੰਦੀ ਕੀ ਆ। ਠੀਕ ਹੈ, ਆਨਸਰ ਕੀ ਆ, ਕੁਦਰਤੀ ਬਨਸਪਤੀ ਤੋਂ ਭਾਵ ਉਹਨਾਂ ਰੁੱਖ ਪੌਦਿਆਂ ਅਤੇ ਜੜੀ ਬੂਟੀਆਂ ਤੋਂ ਹੈ ਜੋ ਕੁਦਰਤੀ ਤੌਰ 'ਤੇ ਆਪਣੇ ਆਪ ਆਉਂਦੇ ਹਨ। ਇਹਨਾਂ ਵਿੱਚ ਮਨੁੱਖ ਦਾ ਕੋਈ ਯੋਗਦਾਨ ਨਹੀਂ ਹੁੰਦਾ। ਠੀਕ ਹੈ, ਕੁਦਰਤੀ ਬਨਸਪਤੀ ਕਿਹਨੂੰ ਕਹਿੰਦੇ ਆਪਾਂ, ਉਹ ਚੀਜ਼ਾਂ, ਉਹ ਪੇੜ ਪੌਦੇ ਜਾਂ ਝਾੜੀਆਂ, ਰੁੱਖ ਪੌਦੇ, ਕੁਛ ਵੀ ਜਿਹੜਾ ਆਪਣੇ ਆਪ ਉਗਦਾ, ਅਸੀਂ ਨਹੀਂ ਉਗਾਉਂਦੇ ਉਹਨੂੰ, ਅਸੀਂ ਪਾਣੀ ਨਹੀਂ ਦਿੰਦੇ, ਅਸੀਂ ਮਿੱਟੀ ਨਹੀਂ ਪਾਉਂਦੇ, ਆਪਣੇ ਆਪ ਉਗਦੇ ਨੇ, ਉਹਨੂੰ ਆਪਾਂ ਕਹਿੰਦੇ ਆ ਨੇਚੁਰਲ ਵੈਜੀਟੇਸ਼ਨ। ਠੀਕ ਹੈ, ਕੁਦਰਤੀ ਬਨਸਪਤੀ। ਹੁਣ ਜਿਵੇਂ ਕਿ ਆ ਤੁਸੀਂ ਪੇੜ ਦੇਖ ਰਹੇ ਹੋ, ਇਹ ਜਿਹੜੇ ਜੰਗਲ ਵਿੱਚ ਪੇੜ ਹੁੰਦੇ ਆ ਉਹ ਆਪਣੇ ਆਪ ਉਗਦੇ ਆ। ਜੰਗਲ ਦੇ ਵਿੱਚ ਆਪਾਂ ਤਾਂ ਨਹੀਂ ਜਾਂਦੇ ਨਾ ਪੇੜ ਉਗਾਉਣ ਲਈ, ਉਹ ਕੀ ਆ, ਇੱਕ ਕੁਦਰਤੀ ਬਨਸਪਤੀ ਆ। ਠੀਕ ਹੈ, ਉਸ ਤੋਂ ਬਾਅਦ ਨੈਕਸਟ ਕੁਐਸਚਨ ਦੇਖੋ, ਅਗਲਾ ਕੀ ਆ, ਕੁਦਰਤੀ ਬਨਸਪਤੀ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ। ਠੀਕ ਹੈ, ਕੁਦਰਤੀ ਬਨਸਪਤੀ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ। ਕੁਦਰਤੀ ਬਨਸਪਤੀ ਨੂੰ 3 ਭਾਗਾਂ ਵਿੱਚ ਵੰਡਿਆ ਗਿਆ ਹੈ। ਆਪਾਂ ਕੁਦਰਤੀ ਬਨਸਪਤੀ ਨੂੰ 3 ਭਾਗਾਂ ਵਿੱਚ ਵੰਡਦੇ ਆ। ਕਿਹੜੇ ਕਿਹੜੇ ਨੇ, ਵਣ ਜਿਹਨੂੰ ਆਪਾਂ ਜੰਗਲ ਵੀ ਕਹਿੰਦੇ ਆ, ਘਾਹ ਦੇ ਮੈਦਾਨ ਤੇ ਮਾਰੂਥਲੀ ਝਾੜੀਆਂ, ਜਿਹੜੇ ਮਾਰੂਥਲਸ ਦੇ ਵਿੱਚ ਝਾੜੀਆਂ ਮਿਲਦੀਆਂ ਨੇ, ਸ਼ਰਬਸ ਮਿਲਦੇ ਨੇ, ਉਹ ਵੀ ਨੇ। ਠੀਕ ਹੈ, ਹੁਣ ਜੰਗਲ ਜਿਵੇਂ ਕਿ ਤੁਸੀਂ ਆ ਦੇਖ ਰਹੇ ਹੋ ਪਿਕਚਰ ਦੇ ਵਿੱਚ ਜੰਗਲ ਦਿਖਾਈ ਦੇ ਰਿਹਾ। ਠੀਕ ਹੈ, ਸ਼ਰਬਸ ਕੀ ਨੇ, ਆ ਦੇਖੋ ਇਸ ਤਰ੍ਹਾਂ ਦੇ ਜਿਹੜੇ ਛੋਟੇ ਛੋਟੇ ਪੇੜ ਪੌਦੇ ਹੁੰਦੇ ਆ ਨਾ, ਬਹੁਤ ਲੰਬੇ ਨਹੀਂ ਹੁੰਦੇ, ਉਹਨੂੰ ਆਪਾਂ ਕੀ ਕਹਿੰਦੇ ਆ, ਸ਼ਰਬਸ ਕਹਿੰਦੇ ਆ, ਝਾੜੀਆਂ ਕਹਿੰਦੇ ਆ। ਠੀਕ ਹੈ, ਜਿਵੇਂ ਕਿ ਗੁਲਾਬ ਦਾ ਪੇੜ ਹੋ ਗਿਆ। ਠੀਕ ਹੈ, ਗੁਲਾਬ ਦਾ ਜਿਹੜਾ ਪੇੜ ਹੁੰਦਾ ਉਹਨੂੰ ਆਪਾਂ ਪੇੜ ਨਹੀਂ ਕਹਿੰਦੇ, ਉਹਨੂੰ ਆਪਾਂ ਕੀ ਕਹਿੰਦੇ ਆ, ਝਾੜੀਆਂ ਕਹਿੰਦੇ ਆ। ਠੀਕ ਹੈ, ਇਸ ਤਰ੍ਹਾਂ ਜਿਹੜੇ ਵੀ ਫੁੱਲ ਛੋਟੀ ਛੋਟੀ ਹਾਈਟ ਦੇ ਜਿਹੜੇ ਪੇੜ ਪੌਦੇ ਹੁੰਦੇ ਨੇ ਉਹ ਕੀ ਨੇ, ਝਾੜੀਆਂ ਨੇ। ਉਸ ਤੋਂ ਬਾਅਦ ਕੀ ਹੈ, ਤੇ ਕੀ ਨੇ, ਘਾਹ ਦੇ ਮੈਦਾਨ। ਠੀਕ ਹੈ, ਘਾਹ ਤਾਂ ਤੁਹਾਨੂੰ ਪਤਾ ਹੀ ਹੈ ਨਾ, ਉਹਨੂੰ ਵੀ ਉਹ ਕੀ ਨੇ, ਉਹ ਵੀ ਕੁਦਰਤੀ ਬਨਸਪਤੀ ਨੇ। ਇਸ ਤਰ੍ਹਾਂ ਕੀ ਹੈ, ਕੁਦਰਤੀ ਬਨਸਪਤੀ 3 ਟਾਈਪਸ ਦੀਆਂ ਨੇ। ਠੀਕ ਹੈ, ਕਿਹੜੀ ਕਿਹੜੀ, ਇੱਕ ਤਾਂ ਜੰਗਲ ਹੋ ਗਿਆ, ਝਾੜੀਆਂ ਤੇ ਘਾਹ ਦੇ ਮੈਦਾਨ। ਠੀਕ ਹੈ, ਨੈਕਸਟ ਕੁਐਸਚਨ ਕੀ ਆਪਣਾ, ਜੰਗਲਾਂ ਤੋਂ ਕਿਹੜੀਆਂ ਕਿਹੜੀਆਂ ਵਸਤੂਆਂ ਪ੍ਰਾਪਤ ਹੁੰਦੀਆਂ ਹਨ। ਹੁਣ ਜੰਗਲ ਤੋਂ ਸਾਨੂੰ ਕੀ ਕੀ ਮਿਲਦਾ ਹੈ। ਠੀਕ ਹੈ, ਜੰਗਲਾਂ ਤੋਂ ਸਾਨੂੰ ਕਈ ਤਰ੍ਹਾਂ ਦੀ ਲੱਕੜੀ, ਬਾਂਸ, ਕਾਗਜ਼ ਬਣਾਉਣ ਵਾਲੇ ਘਾਹ, ਗੂੰਦ, ਗੱਦਾ, ਬਰੋਜ਼ਾ। ਠੀਕ ਹੈ, ਇਹ ਸਭ ਕੁਝ ਕੀ ਨੇ, ਪ੍ਰਾਪਤ ਹੁੰਦੇ ਨੇ। ਇਸ ਤੋਂ ਇਲਾਵਾ ਵੀ ਬਹੁਤ ਕੁਝ ਨੇ ਜੋ ਸਾਨੂੰ ਇਹਨਾਂ ਤੋਂ ਮਿਲਦਾ ਹੈ। ਠੀਕ ਹੈ, ਜਿਵੇਂ ਕਿ ਆ ਦੇਖੋ, ਤਾਰਪੀਨ, ਲਾਖ, ਚਮੜਾ ਰੰਗਣ ਦਾ ਛਿਲਕਾ, ਦਵਾਈਆਂ, ਇਹ ਸਭ ਕੀ ਨੇ, ਸਾਨੂੰ ਇਹਨਾਂ ਤੋਂ ਪ੍ਰਾਪਤ ਹੁੰਦੀਆਂ ਨੇ। ਠੀਕ ਹੈ, ਇਸ ਤੋਂ ਇਲਾਵਾ ਵੀ ਬਹੁਤ ਕੁਝ ਨੇ ਜੋ ਸਾਨੂੰ ਜੋ ਚੀਜ਼ਾਂ ਜੰਗਲ ਤੋਂ ਮਿਲਦੀਆਂ ਨੇ, ਤੁਸੀਂ ਸਭ ਕੁਝ ਇਸ ਆਨਸਰ ਦੇ ਵਿੱਚ ਇਨਕਲੂਡ ਕਰ ਸਕਦੇ ਹੋ। ਜ਼ਰੂਰੀ ਨਹੀਂ ਜੋ ਮੈਂ ਤੁਹਾਨੂੰ ਲਿਖ ਕੇ ਦਿੱਤਾ ਤੁਸੀਂ ਉਹੀ ਲਿਖੋਗੇ। ਠੀਕ ਹੈ, ਤੁਹਾਨੂੰ ਜੋ ਕੁਝ ਵੀ ਪਤਾ ਵੀ ਜੋ ਲੱਕੜ ਤੋਂ ਬਣਦੇ ਆ, ਜੋ ਸਾਨੂੰ ਜੰਗਲਾਂ ਤੋਂ ਮਿਲਦਾ, ਤੁਸੀਂ ਸਭ ਕੁਝ ਇੱਥੇ ਇਨਕਲੂਡ ਕਰ ਸਕਦੇ ਹੋ। ਠੀਕ ਹੈ, ਚਲੋ ਨੈਕਸਟ ਕੁਐਸਚਨ ਕੀ ਹੈ, ਆ ਵੇਖੋ ਇੱਥੇ ਮੈਂ ਤੁਹਾਨੂੰ ਇਮੇਜ ਦੇ ਥਰੂ ਵੀ ਦਿਖਾਇਆ। ਠੀਕ ਹੈ, ਸਾਨੂੰ ਜੰਗਲਾਂ ਤੋਂ ਕੀ ਕੀ ਮਿਲਦਾ, ਇੱਕ ਤਾਂ ਦੇਖੋ ਆਕਸੀਜਨ। ਕੀ ਆ, ਜਿਹੜੇ ਪੇੜ ਪੌਦੇ ਨੇ ਸਾਨੂੰ ਆਕਸੀਜਨ ਦਿੰਦੇ ਨੇ। ਠੀਕ ਹੈ, ਜਿਵੇਂ ਕਿ ਅੱਜ ਕੱਲ੍ਹ ਦੇਖ ਰਹੇ ਆਪਾਂ ਪੈਂਡੇਮਿਕ ਦੇ ਟਾਈਮ ਤੇ ਆਕਸੀਜਨ ਦੀ ਕਿੰਨੀ ਜ਼ਿਆਦਾ ਡਿਮਾਂਡ ਹੈ, ਜਿਹੜੇ ਪੇੜ ਨੇ ਸਾਨੂੰ ਆਕਸੀਜਨ ਦਿੰਦੇ ਆ। ਠੀਕ ਹੈ, ਇਸ ਤੋਂ ਇਲਾਵਾ ਕੀ ਆ, ਹਨੀ। ਠੀਕ ਹੈ, ਫਰੂਟਸ, ਗਮ, ਇਸ ਤਰ੍ਹਾਂ ਬਹੁਤ ਚੀਜ਼ਾਂ ਨੇ। ਤੁਹਾਨੂੰ ਆਹ ਪਿਕਚਰ ਦੇ ਵਿੱਚ ਜਿੰਨੀਆਂ ਵੀ ਚੀਜ਼ਾਂ ਦਿਖਾਈ ਦੇ ਰਹੀਆਂ ਨੇ, ਇਹ ਸਭ ਕੁਝ ਕੀ ਨੇ, ਸਾਨੂੰ ਰੁੱਖਾਂ ਤੋਂ ਹੀ ਮਿਲਦੀਆਂ ਨੇ। ਠੀਕ ਹੈ, ਉਸ ਤੋਂ ਬਾਅਦ ਆਪਾਂ ਨੈਕਸਟ ਕੁਐਸਚਨ ਦੇਖ ਲਏ। ਹੁਣ ਆਪਣਾ ਨੈਕਸਟ ਕੁਐਸਚਨ ਕੀ ਹੈ, ਵਣ ਅਸਿੱਧੇ ਤੌਰ ਤੇ ਸਾਡੀ ਕੀ ਸਹਾਇਤਾ ਕਰਦੇ ਹਨ। ਠੀਕ ਹੈ, ਇਨਡਾਇਰੈਕਟਲੀ ਜਿਹੜੇ ਜੰਗਲ ਨੇ ਉਹ ਸਾਡੀ ਕਿਸ ਤਰ੍ਹਾਂ ਹੈਲਪ ਕਰਦੇ ਨੇ। ਇਹ ਵਾਤਾਵਰਨ ਤੋਂ ਕਾਰਬਨ ਡਾਈਆਕਸਾਈਡ ਲੈ ਕੇ ਆਕਸੀਜਨ ਛੱਡਦੇ ਨੇ। ਹੁਣ ਜਿਹੜੀ ਵਾਤਾਵਰਨ ਦੇ ਵਿੱਚ, ਸਾਡੇ এনवायरमेंट ਦੇ ਵਿੱਚ ਜਿਹੜੀ ਕਾਰਬਨ ਡਾਈਆਕਸਾਈਡ ਗੈਸ ਆ, ਠੀਕ ਹੈ, ਉਹਨੂੰ ਕੀ ਕਰਦੇ ਆ, ਪੇੜ ਪੌਦੇ ਓਬਜ਼ਰਵ ਕਰ ਲੈਂਦੇ ਆ, ਸੋਖ ਲੈਂਦੇ ਆ। ਠੀਕ ਹੈ, ਤੇ ਓਬਜ਼ਰਵ ਕਰਨ ਤੋਂ ਬਾਅਦ ਇਹ ਆਕਸੀਜਨ ਛੱਡਦੇ ਨੇ। ਜਿਵੇਂ ਕਿ ਪੇੜ ਪੌਦੇ ਵੀ ਸਾਹ ਲੈਂਦੇ ਨੇ ਨਾ, ਉਹ ਕੀ ਕਰਦੇ ਆ, ਆਕਸੀਜਨ ਛੱਡਦੇ ਨੇ, ਕਾਰਬਨ ਡਾਈਆਕਸਾਈਡ ਲੈਂਦੇ ਨੇ। ਤੇ ਜਿਹੜੇ ਮਨੁੱਖ ਨੇ, ਜਿਵੇਂ ਕਿ ਅਸੀਂ ਹੈਗੇ ਆ, ਅਸੀਂ ਕੀ ਕਰਦੇ ਆ, ਅਸੀਂ ਆਕਸੀਜਨ ਲੈਂਦੇ ਆ ਤੇ ਕਾਰਬਨ ਡਾਈਆਕਸਾਈਡ ਛੱਡਦੇ ਆ। ਠੀਕ ਹੈ, ਇਸ ਤਰ੍ਹਾਂ ਜਿਹੜੀ ਆਕਸੀਜਨ ਉਹ ਛੱਡਦੇ ਨੇ ਉਹ ਆਪਾਂ ਯੂਜ਼ ਕਰ ਲੈਂਦੇ ਆ ਸਾਹ ਲੈਣ ਦੇ ਲਈ। ਹੁਣ ਜਿਵੇਂ ਕਿ ਹੁਣ ਕੋਰੋਨਾ ਦੇ ਟਾਈਮ ਤੇ ਇੰਨੀ ਪੈਂਡੇਮਿਕ ਦੀ ਸਿਚੁਏਸ਼ਨ ਦੇ ਵਿੱਚ ਦੇਖ ਰਹੇ ਆ ਆਕਸੀਜਨ ਦੀ ਕਿੱਲਤ ਹੋ ਰਹੀ ਸੀ। ਠੀਕ ਹੈ, ਹੁਣ ਆਕਸੀਜਨ ਸਾਨੂੰ ਕਿੱਥੋਂ ਮਿਲਦਾ ਹੈ, ਪੇੜ ਪੌਦਿਆਂ ਤੋਂ ਮਿਲਦਾ ਹੈ। ਠੀਕ ਹੈ, ਇਸ ਤਰ੍ਹਾਂ ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣਾ ਚਾਹੀਦਾ ਹੈ ਤਾਂ ਜੋ ਸਾਨੂੰ ਵੱਧ ਤੋਂ ਵੱਧ ਆਕਸੀਜਨ ਮਿਲ ਸਕੇ। ਠੀਕ ਹੈ, ਇਸ ਤੋਂ ਬਾਅਦ ਇਹ ਵਰਖਾ ਲਿਆਉਣ ਵਿੱਚ ਸਹਾਇਕ ਹੁੰਦੇ ਹਨ ਅਤੇ ਤਾਪਮਾਨ ਨੂੰ ਬਹੁਤਾ ਵਧਣ ਨਹੀਂ ਦਿੰਦੇ। ਠੀਕ ਹੈ, ਇਹ ਕੀ ਕਰਦੇ ਆ, ਬਾਰਿਸ਼ ਲਿਆਉਣ ਦੇ ਵਿੱਚ ਹੈਲਪ ਕਰਦੇ ਆ। ਹੁਣ ਜਦ ਬਾਰਿਸ਼ ਆਏਗੀ ਤਾਂ ਜਿਹੜੀ ਟੈਂਪਰੇਚਰ ਆ ਉਹ ਜ਼ਿਆਦਾ ਵਧੇਗੀ ਨਹੀਂ। ਤਾਪਮਾਨ ਦਾ ਵਧਣਾ ਮਤਲਬ ਹੁੰਦਾ ਬਹੁਤ ਜ਼ਿਆਦਾ ਗਰਮੀ ਵੱਧ ਜਾਣੀ। ਜਿੰਨਾ ਜ਼ਿਆਦਾ ਤਾਪਮਾਨ ਹੁੰਦਾ ਹੈ ਉਨੀ ਜ਼ਿਆਦਾ ਗਰਮੀ ਹੁੰਦੀ ਹੈ। ਠੀਕ ਹੈ, ਹੁਣ ਜਦ ਇਹ ਵਰਖਾ ਲਿਆਉਣ ਦੇ ਵਿੱਚ ਹੈਲਪ ਕਰਦੇ ਨੇ, ਇਸ ਤਰ੍ਹਾਂ ਇਹ ਤਾਪਮਾਨ ਨੂੰ ਵਧਣ ਵੀ ਨਹੀਂ ਦਿੰਦੇ। ਠੀਕ ਹੈ, ਗਰਮੀ ਘਟ ਜਾਂਦੀ ਹੈ ਬਾਰਿਸ਼ ਪੈਣ ਤੋਂ ਬਾਅਦ।
ਇਹ ਹੜ੍ਹ ਅਤੇ ਭੌਂ ਖੋਰ ਨੂੰ ਰੋਕਦੇ ਹਨ। ਇਸ ਤਰ੍ਹਾਂ ਇਹ ਕੀ ਕਰਦੇ ਆ, ਇਹ ਭੌਂ ਖੋਰ ਨੂੰ ਰੋਕਦੇ ਆ ਤੇ ਹੜ੍ਹ ਨੂੰ ਵੀ ਰੋਕਦੇ ਆ। ਕਿਵੇਂ? ਹੁਣ ਦੇਖੋ, ਮੰਨ ਲਓ ਇੱਥੇ ਕੀ ਨੇ, ਬਹੁਤ ਸਾਰੇ ਪੇੜ ਪੌਦੇ ਨੇ, ਠੀਕ ਹੈ, ਇਹ ਪੇੜ ਆ ਮੰਨ ਲਓ। ਹੁਣ ਜਦ ਪਾਣੀ ਇੱਧਰੋਂ ਦੀ ਨਾ ਬਹੁਤ ਤੇਜ਼ ਰਫ਼ਤਾਰ ਨਾਲ ਆ ਗਿਆ, ਬਟ ਇੱਥੇ ਕੀ ਆ, ਪੇੜ ਆ, ਇਹਦੇ ਨਾਲ ਟਕਰਾਇਆ, ਪਾਣੀ ਦੀ ਸਪੀਡ ਸਲੋ ਹੋ ਗਈ। ਅੱਗੇ ਜਾ ਕੇ ਫਿਰ ਇਹਦੇ ਨਾਲ ਟਕਰਾ ਗਿਆ, ਹੋਰ ਸਪੀਡ ਸਲੋ ਹੋ ਗਈ। ਅੱਗੇ ਜਾ ਕੇ ਫਿਰ ਟਕਰਾ ਗਿਆ, ਫਿਰ ਸਪੀਡ ਸਲੋ ਹੋ ਗਈ। ਇਸ ਤਰ੍ਹਾਂ ਕੀ ਹੈ, ਜਦ ਪਾਣੀ ਦੇ ਰਸਤੇ ਵਿੱਚ ਬਹੁਤ ਸਾਰੇ ਪੇੜ ਆ ਜਾਂਦੇ ਆ, ਠੀਕ ਹੈ, ਕੋਈ ਜੰਗਲ ਆ ਜਾਂਦਾ, ਤਾਂ ਜਿਹੜੀ ਹੜ੍ਹ ਦੀ ਰਫ਼ਤਾਰ ਆ ਉਹ ਘੱਟ ਜਾਂਦੀ ਹੈ ਤੇ ਇਸ ਤਰ੍ਹਾਂ ਨੁਕਸਾਨ ਘੱਟ ਹੁੰਦਾ, ਠੀਕ ਹੈ। ਇਸ ਤਰ੍ਹਾਂ ਕੀ ਹੋਇਆ, ਹੜ੍ਹ ਨੂੰ ਕੀ ਕਰਦੇ ਆ, ਰੋਕਦੇ ਆ। ਤੇ ਇਹ ਭੌਂ ਖੋਰ ਨੂੰ ਕਿਵੇਂ ਰੋਕਦੇ ਆ? ਹੁਣ ਸਾਨੂੰ ਪਤਾ ਕਿ ਕੀ ਹੈ, ਜਿਹੜੇ ਪੇੜ ਨੇ ਉਹ ਮਿੱਟੀ ਨੂੰ ਜਕੜ ਕੇ ਰੱਖਦੇ ਆ, ਕਿਉਂਕਿ ਪੇੜ ਦੀਆਂ ਜੜ੍ਹਾਂ ਕਿੱਥੇ ਹੁੰਦੀਆਂ ਨੇ, ਮਿੱਟੀ ਦੇ ਵਿੱਚ ਹੁੰਦੀਆਂ ਨੇ, ਰਾਈਟ। ਤੇ ਉਹ ਮਿੱਟੀ ਨੂੰ ਜਕੜ ਕੇ ਰੱਖਦੀਆਂ ਨੇ। ਹੁਣ ਜਦ ਮਿੱਟੀ ਨੂੰ ਜਕੜ ਕੇ ਰੱਖਦੀਆਂ ਨੇ ਤਾਂ ਜਦੋਂ ਇਹ ਪਾਣੀ ਆਏਗਾ, ਠੀਕ ਹੈ, ਪਾਣੀ ਆਏਗਾ ਤਾਂ ਇਹ ਜਿਹੜੀ ਮਿੱਟੀ ਨੂੰ ਖੁਰਨ ਤੋਂ ਰੋਕ ਲਏਗਾ ਪੇੜ ਜਿਹੜਾ ਆ, ਠੀਕ ਹੈ। ਪਰ ਜੇ ਇੱਥੇ ਪੇੜ ਹੋਵੇ ਹੀ ਨਾ, ਇੱਥੇ ਮਿੱਟੀ ਆ, ਠੀਕ ਹੈ, ਇਹਨੂੰ ਕਿਸੇ ਨੇ ਨਹੀਂ ਫੜਿਆ ਹੋਇਆ ਤੇ ਕੋਈ ਪੇੜ ਹੈ ਨਹੀਂ ਫੜਨ ਦੇ ਲਈ, ਠੀਕ ਹੈ। ਪਾਣੀ ਆਇਆ ਤੇ ਇਹ ਮਿੱਟੀ ਵੀ ਨਾਲ ਹੀ ਚਲੀ ਗਈ, ਭੂਮੀ ਖੁਰ ਗਈ, ਠੀਕ ਹੈ। ਇਸ ਤਰ੍ਹਾਂ ਪੇੜ ਪੌਦੇ ਕੀ ਕਰਦੇ ਆ, ਮਿੱਟੀ ਨੂੰ ਫੜ ਕੇ ਰੱਖਦੇ ਆ, ਜਿਹਦੇ ਨਾਲ ਭੌਂ ਖੋਰ ਵੀ ਘੱਟ ਹੁੰਦਾ ਹੈ, ਠੀਕ ਹੈ। ਨੈਕਸਟ ਪੁਆਇੰਟ ਕੀ ਆ ਆਪਣਾ, ਇਹ ਜੰਗਲੀ ਜਾਨਵਰਾਂ ਅਤੇ ਪੰਛੀਆਂ ਨੂੰ ਆਵਾਸ ਪ੍ਰਦਾਨ ਕਰਦੇ ਹਨ। ਜਿਹੜੇ ਵੀ ਐਨੀਮਲਸ ਹੁੰਦੇ ਆ ਜਾਂ ਜਿਹੜੇ ਬਰਡਸ ਹੁੰਦੇ ਨੇ, ਉਹਨਾਂ ਦੇ ਰਹਿਣ ਲਈ ਇਹ ਜਗ੍ਹਾ ਪ੍ਰਦਾਨ ਕਰਦੇ ਆ, ਠੀਕ ਹੈ। ਆਪਾਂ ਦੇਖਦੇ ਹਾਂ ਕਿੰਨੇ ਸਾਰੇ ਐਨੀਮਲਸ, ਕਿੰਨੇ ਸਾਰੇ ਬਰਡਸ ਕਿੱਥੇ ਰਹਿੰਦੇ ਨੇ, ਜੰਗਲ ਦੇ ਵਿੱਚ ਰਹਿੰਦੇ ਨੇ। ਇਸ ਲਈ ਇਹ ਕੀ ਕਰਦੇ, ਉਹਨਾਂ ਨੂੰ ਆਵਾਸ, ਉਹਨਾਂ ਦੇ ਰਹਿਣ ਲਈ ਘਰ ਪ੍ਰਦਾਨ ਕਰਦੇ ਨੇ, ਕੀ ਹੈ, ਜੰਗਲ, ਠੀਕ ਹੈ। ਇੱਥੇ ਦੇਖੋ, ਇਸ ਪਿਕ ਦੇ ਵਿੱਚ ਤੁਹਾਨੂੰ ਦਿਖਾਈ ਦੇ ਰਿਹਾ ਆ ਕੀ ਆ ਜਿਹੜੀ ਭੂਮੀ ਹੈ ਨਾ, ਖੁਰ ਗਈ, ਠੀਕ ਹੈ। ਇਹ ਇੱਕ ਤਰ੍ਹਾਂ ਦਾ ਸੋਕਾ ਹੈ, ਜਦ ਪਾਣੀ ਦੀ ਘਾਟ ਹੋ ਜਾਂਦੀ ਹੈ ਨਾ, ਫਿਰ ਜਿਹੜੀ ਮਿੱਟੀ ਹੈ ਇਸ ਤਰ੍ਹਾਂ ਦੀ ਹੋ ਜਾਂਦੀ ਹੈ, ਠੀਕ ਹੈ। ਪਰ ਜਿਹੜੇ ਪੇੜ ਨੇ ਬਾਰਿਸ਼ ਲਿਆਉਣ ਦੇ ਵਿੱਚ ਹੈਲਪ ਕਰਦੇ ਨੇ, ਤੇ ਜਦ ਬਾਰਿਸ਼ ਹੁੰਦੀ ਹੈ ਤਾਂ ਮਿੱਟੀ ਇਸ ਤਰ੍ਹਾਂ ਦੀ ਨਹੀਂ ਹੁੰਦੀ, ਫਿਰ ਮਿੱਟੀ ਵਧੀਆ ਜੀ ਹੁੰਦੀ ਹੈ, ਜਿਵੇਂ ਕਿ ਆਪਾਂ ਦੇਖਦੇ ਹਾਂ, ਠੀਕ ਹੈ। ਪਰ ਜੇ ਬਾਰਿਸ਼ ਨਾ ਹੋਵੇ, ਪੇੜ ਪੌਦੇ ਨਾ ਹੋਣ, ਬਾਰਿਸ਼ ਨਾ ਹੋਏ ਤਾਂ ਮਿੱਟੀ ਇਸ ਤਰ੍ਹਾਂ ਦੀ ਹੋ ਜਾਂਦੀ ਹੈ, ਠੀਕ ਹੈ। ਇਸ ਤਰ੍ਹਾਂ ਜੰਗਲ ਤੁਹਾਨੂੰ ਦਿਖਾਈ ਦੇ ਰਿਹਾ, ਇੱਥੇ ਦੇਖੋ ਕਿੰਨੇ ਤਰ੍ਹਾਂ ਦੇ ਐਨੀਮਲਸ ਨੇ, ਬਰਡਸ ਨੇ, ਹੈ ਨਾ। ਇਹ ਕੀ ਹੈ, ਇਹਨਾਂ ਦੇ ਰਹਿਣ ਲਈ ਜਗ੍ਹਾ ਪ੍ਰਦਾਨ ਕਰ ਰਿਹਾ, ਠੀਕ ਹੈ। ਨੈਕਸਟ ਇੱਥੇ ਤੁਸੀਂ ਦੇਖ ਰਹੇ ਹੋ ਕਿ ਪਾਣੀ ਕਿੰਨਾ ਜ਼ਿਆਦਾ ਭਰਿਆ ਪਿਆ, ਠੀਕ ਹੈ, ਹੜ੍ਹ ਆ ਗਿਆ ਇੱਥੇ। ਪਰ ਜੇ ਪੇੜ ਪੌਦੇ ਹੋਣਗੇ ਤਾਂ ਇਹ ਜਿਹੜੀ ਹੜ੍ਹ ਆ, ਇਹਦੇ ਨਾਲ ਨੁਕਸਾਨ ਜਿਹੜਾ ਹੋਊਗਾ ਉਹ ਬਹੁਤ ਘੱਟ ਹੋਊਗਾ, ਠੀਕ ਹੈ। ਚਲੋ ਨੈਕਸਟ ਆਪਾਂ ਦੇਖਦੇ ਹਾਂ ਅਗਲਾ ਕੁਐਸਚਨ 5th ਕੀ ਆ, ਵਣਾਂ ਦੇ ਵਿਨਾਸ਼ ਦਾ ਕੀ ਅਸਰ ਹੋਵੇਗਾ। ਕੀ ਹੋਵੇ ਜੇ ਆਪਾਂ ਸਾਰੇ ਪੇੜ ਪੌਦੇ ਕੱਟ ਦਈਏ। ਦੇਖਿਓ ਆ ਕਿੰਨੇ ਪੇੜ ਕੱਟੇ ਪਏ ਆ, ਠੀਕ ਹੈ। ਅਸੀਂ ਦੇਖਦੇ ਹਾਂ ਹਰ ਰੋਜ਼ ਆਪਣੇ ਆਸ-ਪਾਸ ਵੀ ਕਿੰਨੇ ਪੇੜ ਕੱਟੇ ਜਾਂਦੇ ਆ, ਠੀਕ ਹੈ। ਕੀ ਹੋਊਗਾ ਜੇ ਆਪਾਂ ਇੰਨੇ ਜ਼ਿਆਦਾ ਪੇੜ ਕੱਟਾਂਗੇ। ਵਣਾਂ ਦੇ ਵਿਨਾਸ਼ ਨਾਲ ਵਾਯੂਮੰਡਲ ਵਿੱਚ ਕਾਰਬਨ ਡਾਈਆਕਸਾਈਡ ਦੀ ਮਾਤਰਾ ਵੱਧ ਜਾਵੇਗੀ ਅਤੇ ਆਕਸੀਜਨ ਘੱਟ ਜਾਵੇਗੀ, ਜਿਸ ਨਾਲ ਜੀਵ ਜੰਤੂਆਂ ਦਾ ਜਿਉਂਦੇ ਰਹਿਣਾ ਅਸੰਭਵ ਹੋ ਜਾਵੇਗਾ, ਠੀਕ ਹੈ। ਹੁਣ ਕੀ ਹੋਊਗਾ ਜੇ ਆਪਾਂ ਪੇੜ ਨੂੰ ਕੱਟਦੇ ਜਾਈਏ, ਕੀ ਹੋਊਗਾ, ਕਿਉਂਕਿ ਜਿਹੜੇ ਪੇੜ ਨੇ ਸਾਨੂੰ ਆਕਸੀਜਨ ਦਿੰਦੇ ਆ, ਪਰ ਜੇ ਪੇੜ ਕੱਟ ਦਾਂਗੇ ਆਕਸੀਜਨ ਕਿੱਥੋਂ ਆਊਗੀ, ਘੱਟ ਜਾਏਗੀ ਨਾ ਆਕਸੀਜਨ ਦੀ ਮਾਤਰਾ, ਸਾਨੂੰ ਸਾਹ ਲੈਣ ਦੇ ਵਿੱਚ ਪ੍ਰੋਬਲਮ ਹੋਊਗੀ, ਠੀਕ ਹੈ। ਇਸੇ ਤਰ੍ਹਾਂ ਕੀ ਆ, ਵਾਯੂਮੰਡਲ ਵਿੱਚ ਜਿਹੜਾ ਆ ਕਾਰਬਨ ਡਾਈਆਕਸਾਈਡ ਦੀ ਮਾਤਰਾ ਵੱਧ ਜਾਏਗੀ, ਕਿਉਂਕਿ ਆਪਾਂ ਦੇਖਦੇ ਕਿੰਨੀ ਜ਼ਿਆਦਾ ਪੋਪੂਲੇਸ਼ਨ ਹੈ ਇਨਸਾਨਾਂ ਦੀ, ਠੀਕ ਹੈ। ਸਾਡੀ ਪੋਪੂਲੇਸ਼ਨ ਕਿੰਨੀ ਜ਼ਿਆਦਾ ਹੈ, ਆਪਾਂ ਜਦ ਸਾਹ ਲੈਂਦੇ ਹਾਂ ਕਾਰਬਨ ਡਾਈਆਕਸਾਈਡ ਬਾਹਰ ਕੱਢਦੇ ਹਾਂ, ਠੀਕ ਹੈ। ਹੁਣ ਜੇ ਪੇੜ ਪੌਦੇ ਹੋਣਗੇ ਨਹੀਂ, ਕਾਰਬਨ ਡਾਈਆਕਸਾਈਡ ਆਪਾਂ ਕੱਢਦੇ ਜਾਵਾਂਗੇ, ਪਰ ਕਾਰਬਨ ਡਾਈਆਕਸਾਈਡ ਨੂੰ ਓਬਜ਼ਰਵ ਕਰਨ ਦੇ ਲਈ ਪੇੜ ਤਾਂ ਹੈ ਨਹੀਂ। ਇਸ ਤਰ੍ਹਾਂ ਕੀ ਹੋਏਗਾ, ਕਾਰਬਨ ਡਾਈਆਕਸਾਈਡ ਦੀ ਜਿਹੜੀ ਮਾਤਰਾ ਹੈ ਉਹ ਵੱਧ ਜਾਏਗੀ ਤੇ ਜਿਹੜੀ ਆਕਸੀਜਨ ਦੀ ਮਾਤਰਾ ਹੈ ਘੱਟ ਜਾਏਗੀ, ਠੀਕ ਹੈ। ਹੁਣ ਜੇ ਇਸ ਤਰ੍ਹਾਂ ਹੋਏਗਾ ਤਾਂ ਸਾਡੇ ਲਈ ਰਹਿਣਾ ਮੁਸ਼ਕਿਲ ਹੋ ਜਾਏਗਾ, ਕਿਉਂਕਿ ਸਾਨੂੰ ਜਿਉਂਦੇ ਰਹਿਣ ਲਈ ਆਕਸੀਜਨ ਚਾਹੀਦੀ ਹੈ, ਪਰ ਜੇ ਆਕਸੀਜਨ ਘੱਟ ਗਈ ਤਾਂ ਸਾਨੂੰ ਰਹਿਣਾ ਮੁਸ਼ਕਿਲ ਹੋ ਜਾਏਗਾ, ਠੀਕ ਹੈ। ਨੈਕਸਟ ਕੁਐਸਚਨ ਕੀ ਆ, ਨੈਕਸਟ ਪੁਆਇੰਟ ਆ, ਵਣਾਂ ਦੇ ਵਿਨਾਸ਼ ਨਾਲ ਵਰਖਾ ਵਿੱਚ ਕਮੀ ਆ ਜਾਵੇਗੀ ਅਤੇ ਗਰਮੀ ਬਹੁਤ ਜ਼ਿਆਦਾ ਵੱਧ ਜਾਵੇਗੀ, ਠੀਕ ਹੈ। ਹੁਣ ਜੇ ਵਣ ਨਹੀਂ ਹੋਣਗੇ, ਜੰਗਲ ਨਹੀਂ ਹੋਊਗਾ, ਤਾਂ ਜੰਗਲ ਜਿਹੜੇ ਨੇ ਬਾਰਿਸ਼ ਕਰਨ ਦੇ ਵਿੱਚ ਹੈਲਪ ਕਰਦੇ ਨੇ, ਪਰ ਜੇ ਜੰਗਲ ਨਹੀਂ ਹੋਣਗੇ ਬਾਰਿਸ਼ ਨਹੀਂ ਹੋਏਗੀ, ਤੇ ਜੇ ਬਾਰਿਸ਼ ਨਹੀਂ ਹੋਈ ਤਾਂ ਜਿਹੜਾ ਤਾਪਮਾਨ ਆ ਬਹੁਤ ਜ਼ਿਆਦਾ ਵੱਧ ਜਾਏਗਾ, ਗਰਮੀ ਬਹੁਤ ਜ਼ਿਆਦਾ ਵੱਧ ਜਾਏਗੀ, ਠੀਕ ਹੈ। ਇਸ ਦੇ ਇਲਾਵਾ ਹੜ੍ਹ ਵਧੇਰੇ ਆਉਣਗੇ ਅਤੇ ਮਾਰੂਥਲਾਂ ਦਾ ਵਿਸਥਾਰ ਹੋਏਗਾ, ਠੀਕ ਹੈ। ਹੁਣ ਜੇ ਪੇੜ ਨਹੀਂ ਹੋਏਗਾ, ਹੜ੍ਹ ਬਹੁਤ ਜ਼ਿਆਦਾ ਆਏਗਾ, ਠੀਕ ਹੈ, ਤੇ ਇਸ ਦੇ ਨਾਲ ਨੁਕਸਾਨ ਬਹੁਤ ਜ਼ਿਆਦਾ ਹੋਏਗਾ ਤੇ ਜਿਹੜੀ ਉਪਜਾਊ ਜ਼ਮੀਨ ਹੈ ਸਾਰੀ ਖੁਰਦੀ ਚਲੀ ਜਾਏਗੀ ਹੜ੍ਹ ਦੇ ਨਾਲ, ਠੀਕ ਹੈ। ਤੇ ਜਿਹੜੀ ਵੀ ਜ਼ਮੀਨ ਆ ਉਹ ਕੀ ਹੋ ਜਾਏਗਾ, ਮਾਰੂਥਲ ਦੇ ਵਿੱਚ ਚੇਂਜ ਹੋ ਜਾਏਗਾ, ਠੀਕ ਹੈ। ਮਾਰੂਥਲ ਦਾ ਤੁਹਾਨੂੰ ਪਤਾ ਹੋਣਾ ਕਿਹਨੂੰ ਕਹਿੰਦੇ ਆਪਾਂ, ਮਾਰੂਥਲ, ਠੀਕ ਹੈ। ਇੱਥੇ ਕਿਤੇ ਪਿਕ ਹੋਣੀ ਹੈ, ਮੈਂ ਜੇ ਅੱਗੇ ਹੋਈ ਨਾ ਫਿਰ ਮੈਂ ਤੁਹਾਨੂੰ ਦਿਖਾਉਂਗੀ, ਠੀਕ ਹੈ। ਨੈਕਸਟ ਕੁਐਸਚਨ ਕੀ ਆ, ਮਨੁੱਖ ਪਰਿਸਥਿਤੀ ਸੰਤੁਲਨ ਨੂੰ ਕਿਵੇਂ ਵਿਗਾੜ ਰਿਹਾ ਹੈ। ਪਰਿਸਥਿਤੀ ਸੰਤੁਲਨ, ਠੀਕ ਹੈ, ਜਿਹੜਾ ਸੰਤੁਲਨ ਬਣਿਆ ਹੋਇਆ ਸਾਡੇ ਪਰਿਸਥਿਤੀ ਦੇ ਵਿੱਚ, ਮੌਸਮ ਦਾ, ਠੀਕ ਹੈ, ਐਨੀਮਲਸ ਦੇ ਵਿੱਚ, ਇਨਸਾਨਾਂ ਦੇ ਵਿੱਚ ਜੋ ਕਨੈਕਸ਼ਨ ਹੈ, ਜੋ ਰਿਸ਼ਤਾ ਹੈ, ਉਸ ਨੂੰ ਆਪਾਂ ਕਿਵੇਂ ਵਿਗਾੜ ਰਹੇ ਹਾਂ, ਕਿਵੇਂ ਖਰਾਬ ਕਰ ਰਹੇ ਹਾਂ, ਠੀਕ ਹੈ।
ਮਨੁੱਖ ਰਹਿਣ ਲਈ ਥਾਂ ਅਤੇ ਖੇਤੀਯੋਗ ਭੂਮੀ ਪ੍ਰਾਪਤ ਕਰਨ ਲਈ ਵਣਾਂ ਦੀ ਅੰਨ੍ਹੇਵਾਹ ਕਟਾਈ ਕਰ ਰਿਹਾ ਹੈ। ਇਸ ਨਾਲ ਪਰਿਸਥਿਤੀ ਸੰਤੁਲਨ ਵਿਗੜ ਰਿਹਾ ਹੈ। ਆਪਾਂ ਕੀ ਕਰਦੇ ਹਾਂ ਹੁਣ, ਪੋਪੂਲੇਸ਼ਨ ਜਿਹੜੀ ਆ ਉਹ ਇਨਕਰੀਜ਼ ਹੁੰਦੀ ਜਾ ਰਹੀ ਹੈ। ਠੀਕ ਹੈ, ਜਿੰਨੀ ਜ਼ਿਆਦਾ ਪੋਪੂਲੇਸ਼ਨ ਹੋਊਗੀ ਸਾਨੂੰ ਉਨੀਆਂ ਚੀਜ਼ਾਂ ਦੀ ਲੋੜ ਹੋਊਗੀ, ਤੇ ਉਹ ਚੀਜ਼ਾਂ ਸਾਨੂੰ ਕਿੱਥੋਂ ਮਿਲਦੀਆਂ ਨੇ? ਜੰਗਲਾਂ ਤੋਂ ਮਿਲਦੀ ਆ। ਠੀਕ ਹੈ, ਸਾਨੂੰ ਘਰ ਬਣਾਉਣ ਦੇ ਲਈ ਲੱਕੜ ਦੀ ਲੋੜ ਹੁੰਦੀ ਹੈ, ਜੰਗਲ ਤੋਂ ਮਿਲਦੇ ਆ। ਫੈਕਟਰੀਜ਼ ਦੇ ਵਿੱਚ ਲੱਕੜ ਦੀ ਲੋੜ ਹੁੰਦੀ ਹੈ, ਜੰਗਲ ਤੋਂ ਮਿਲਦੇ ਆ। ਫਰਨੀਚਰਸ ਵਗੈਰਾ ਜੰਗਲ ਦੀ ਲੱਕੜੀ ਤੋਂ ਬਣਦੇ ਆ। ਇਸ ਤਰ੍ਹਾਂ ਆਪਾਂ ਕੀ ਕਰਦੇ ਹਾਂ, ਜਾਂ ਸਾਨੂੰ ਖੇਤੀ ਕਰਨੀ ਹੁੰਦੀ ਆ, ਅਨਾਜ ਉਗਾਉਣਾ ਹੁੰਦਾ, ਆਪਾਂ ਜੰਗਲਾਂ ਨੂੰ ਕੱਟ ਦਿੰਦੇ ਹਾਂ ਤਾਂ ਜੋ ਉੱਥੇ ਖੇਤੀ ਕਰੀਏ। ਇਸ ਤਰ੍ਹਾਂ ਕੀ ਆ, ਆਪਾਂ ਇਹਨਾਂ ਦੀ ਅੰਨ੍ਹੇਵਾਹ ਕਟਾਈ ਕਰ ਰਹੇ ਹਾਂ ਆਪਣੀਆਂ ਲੋੜਾਂ ਨੂੰ ਪੂਰੀਆਂ ਕਰਨ ਦੇ ਲਈ। ਠੀਕ ਹੈ, ਇਸ ਤਰ੍ਹਾਂ ਨਾਲ ਆਪਾਂ ਕੀ ਕਰ ਰਹੇ ਹਾਂ, ਪਰਿਸਥਿਤੀ ਸੰਤੁਲਨ ਨੂੰ ਵਿਗਾੜ ਰਹੇ ਹਾਂ। ਹੁਣ ਜੇ ਆਪਾਂ ਜੰਗਲ ਨੂੰ ਕੱਟੀ ਜਾਵਾਂਗੇ ਕੀ ਹੋਏਗਾ? ਐਨੀਮਲਸ ਨੂੰ ਰਹਿਣ ਲਈ ਥਾਂ ਨਹੀਂ ਮਿਲੇਗਾ। ਉਹ ਕੀ ਕਰਨਗੇ? ਜਿੱਥੇ ਇਨਸਾਨ ਨੇ ਉੱਥੇ ਆ ਜਾਣਗੇ। ਠੀਕ ਹੈ, ਤੇ ਇਸ ਤਰ੍ਹਾਂ ਕੀ ਹੋਏਗਾ? ਇਨਸਾਨਾਂ ਦੇ ਵਿੱਚ ਤੇ ਐਨੀਮਲਸ ਦੇ ਵਿੱਚ ਕੀ ਹੋਏਗਾ? ਲੜਾਈ ਹੋਏਗੀ। ਠੀਕ ਹੈ, ਇੱਕ ਇਹ ਹੋ ਗਿਆ। ਤੇ ਦੂਸਰਾ ਕੀ ਆ, ਜੇ ਜੰਗਲ ਨਹੀਂ ਹੋਏਗਾ, ਐਨੀਮਲਸ ਨੂੰ ਰਹਿਣ ਲਈ ਥਾਂ ਨਹੀਂ ਹੋਏਗੀ, ਇੱਕ ਤਾਂ ਸਾਡੇ ਰਿਹਾਇਸ਼ ਦੇ ਵਿੱਚ ਆਣਗੇ, ਜਿੱਥੇ ਆਪਾਂ ਰਹਿੰਦੇ ਉੱਥੇ ਆ ਜਾਣਗੇ। ਦੂਸਰਾ ਬਹੁਤ ਸਾਰੇ ਜਿਹੜੇ ਐਨੀਮਲਸ ਨੇ ਉਹ ਖਤਮ ਹੋ ਜਾਣਗੇ। ਠੀਕ ਹੈ, ਇਸ ਤਰ੍ਹਾਂ ਆਪਾਂ ਵਿਗਾੜ ਰਹੇ ਹਾਂ ਇਹਨਾਂ ਜਿਹੜੇ ਜੰਗਲ ਨੇ ਉਹਨਾਂ ਨੂੰ ਕੱਟ ਕੇ ਪਰਿਸਥਿਤੀ ਦੇ ਸੰਤੁਲਨ ਨੂੰ। ਠੀਕ ਹੈ, ਆਰਥਿਕ ਪੱਖ ਤੋਂ ਕਿਹੜੇ ਵਣ ਜ਼ਿਆਦਾ ਮਹੱਤਵਪੂਰਨ ਅਤੇ ਕੀਮਤੀ ਹਨ? ਕਿਸ ਤਰ੍ਹਾਂ ਦੇ ਜੰਗਲ ਨੇ, ਕਿਸ ਤਰ੍ਹਾਂ ਦੇ ਪੇੜ ਪੌਦੇ ਨੇ ਜੋ ਬਹੁਤ ਜ਼ਿਆਦਾ ਕੀਮਤੀ ਹੁੰਦੇ ਨੇ, ਮਤਲਬ ਉਹਨਾਂ ਦੇ ਬਦਲੇ ਸਾਨੂੰ ਜਿਹੜੇ ਪੈਸੇ ਵਗੈਰਾ ਨੇ ਬਹੁਤ ਜ਼ਿਆਦਾ ਮਿਲਦੇ ਆ। ਠੀਕ ਹੈ, ਆਰਥਿਕ ਪੱਖ ਤੋਂ ਸਭ ਤੋਂ ਵੱਧ ਮਹੱਤਵਪੂਰਨ ਅਤੇ ਕੀਮਤੀ ਜੰਗਲ ਨੁਕੀਲੇ ਪੱਤਿਆਂ ਵਾਲੇ ਜੰਗਲ ਹਨ। ਕਿਹੜੇ ਜੰਗਲ ਸਭ ਤੋਂ ਜ਼ਿਆਦਾ ਕੀਮਤੀ ਨੇ? ਜਿਨ੍ਹਾਂ ਦੇ ਪੱਤੇ ਨੁਕੀਲੇ ਹੁੰਦੇ ਆ, ਤਿੱਖੇ ਹੁੰਦੇ ਆ ਅੱਗਿਓਂ। ਠੀਕ ਹੈ, ਇਹਨਾਂ ਵਣਾਂ ਵਿੱਚ ਚੀਲ, ਫਰ ਆਦਿ ਰੁੱਖ ਮਿਲਦੇ ਹਨ। ਇਹ ਜਿਹੜੇ ਨੇ ਨਾਮ ਨੇ। ਠੀਕ ਹੈ, ਚੀਲ ਅਲੱਗ ਆ, ਫਰ ਅਲੱਗ ਆ। ਠੀਕ ਹੈ, ਇਹ ਨਾਮ ਨੇ। ਇਹ ਜਿਹੜੇ ਰੁੱਖ ਨੇ ਇਹਨਾਂ ਦੇ ਜਿਹੜੇ ਪੱਤੇ ਹੁੰਦੇ ਆ ਬਹੁਤ ਜ਼ਿਆਦਾ ਨੁਕੀਲੇ ਹੁੰਦੇ ਆ। ਠੀਕ ਹੈ, ਇਹਨਾਂ ਰੁੱਖਾਂ ਦੀ ਨਰਮ ਲੱਕੜੀ ਤੋਂ ਗੁੱਦਾ ਅਤੇ ਆਪਾਂ ਦੇਖ ਲੈਂਦੇ ਹਾਂ ਕੀ ਲਿਖਿਆ ਹੋਇਆ। ਠੀਕ ਹੈ, ਗੁੱਦਾ ਅਤੇ ਕਾਗਜ਼ ਬਣਾਇਆ ਜਾਂਦਾ। ਹੁਣ ਜਿਹੜੇ ਇਹ ਜੰਗਲ ਨੇ ਇਹਨਾਂ ਦੀ ਜਿਹੜੀ ਲੱਕੜੀ ਹੁੰਦੀ ਆ, ਇਹਨਾਂ ਤੋਂ ਆਪਾਂ ਕੀ ਬਣਾਉਂਦੇ ਆ? ਗੁੱਦਾ ਅਤੇ ਕਾਗਜ਼ ਬਣਾਉਂਦੇ ਆ। ਠੀਕ ਹੈ, ਇਹ ਜੰਗਲ ਆ ਦੇਖੋ ਪਿਕ ਦੇ ਵਿੱਚ, ਇਹੀ ਜੰਗਲ ਨੇ ਜਿਹੜੇ ਬਹੁਤ ਜ਼ਿਆਦਾ ਕੀਮਤੀ ਹੁੰਦੇ ਨੇ। ਠੀਕ ਹੈ, ਚਲੋ ਜੀ ਨੈਕਸਟ ਕੁਐਸਚਨ ਆਪਾਂ ਦੇਖਦੇ ਹਾਂ। ਆ ਵੇਖੋ, ਇਹ 6th ਕੁਐਸਚਨ ਦਾ ਹੀ ਆਨਸਰ ਆ। ਠੀਕ ਹੈ, ਆ ਵੇਖੋ ਇਹਦਾ ਹੀ ਨਾਲ ਦਾ ਆ ਪਿਕ ਦੇ ਥਰੂ। ਆ ਵੇਖੋ, ਆਪਾਂ ਖੇਤੀ ਕਰਨ ਦੇ ਲਈ ਜੰਗਲਾਂ ਨੂੰ ਕੱਟਿਆ। ਠੀਕ ਹੈ, ਆਪਾਂ ਰਹਿਣ ਦੇ ਲਈ ਜੰਗਲਾਂ ਨੂੰ ਕੱਟਿਆ। ਇੱਥੇ ਐਨੀਮਲਸ ਦਾ ਆਪਾਂ ਸ਼ਿਕਾਰ ਕਰ ਰਹੇ ਹਾਂ। ਇਸ ਤਰ੍ਹਾਂ ਆਪਾਂ ਕੀ ਕਰ ਰਹੇ ਹਾਂ, ਜਿਹੜੇ ਕੌਨਫਲਿਕਟਸ ਪੈਦਾ ਕਰ ਰਹੇ ਹਾਂ। ਠੀਕ ਹੈ, ਪਰਿਸਥਿਤੀ ਦੇ ਸੰਤੁਲਨ ਨੂੰ ਵਿਗਾੜ ਰਹੇ ਹਾਂ। ਨੈਕਸਟ ਕੁਐਸਚਨ ਆ ਆਪਣਾ, ਮਨੁੱਖੀ ਮੌਨਸੂਨੀ ਜੰਗਲਾਂ ਨੂੰ ਪਤਝੜੀ ਵਣਾਂ ਦੇ ਨਾਂ ਨਾਲ ਕਿਉਂ ਪੁਕਾਰਿਆ ਜਾਂਦਾ ਹੈ? ਠੀਕ ਹੈ, ਜਿਹੜੇ ਮੌਨਸੂਨੀ ਜੰਗਲ ਨੇ ਉਹਨਾਂ ਨੂੰ ਆਪਾਂ ਪਤਝੜੀ ਵਣ ਕਿਉਂ ਕਹਿੰਦੇ ਆ? ਮੌਨਸੂਨੀ ਵਣ ਮਤਲਬ, ਮੌਨਸੂਨ ਦਾ ਮਤਲਬ ਪਤਾ ਨਾ, ਬਾਰਿਸ਼। ਠੀਕ ਹੈ, ਮਤਲਬ ਜਿਹੜੇ ਬਾਰਿਸ਼ ਕਰਕੇ ਜਿਹੜੇ ਜੰਗਲ ਹੁੰਦੇ ਆ। ਠੀਕ ਹੈ, ਜਿਹੜੇ ਬਾਰਿਸ਼ 'ਤੇ ਡਿਪੈਂਡ ਕਰਦੇ ਆ, ਉਹਨੂੰ ਆਪਾਂ ਮੌਨਸੂਨੀ ਜੰਗਲ ਕਹਿੰਦੇ ਆ। ਬਟ ਇਹਨਾਂ ਨੂੰ ਆਪਾਂ ਪਤਝੜੀ ਜੰਗਲ ਵੀ ਕਹਿੰਦੇ ਆ। ਇਸ ਤਰ੍ਹਾਂ ਕਿਉਂ ਕਹਿੰਦੇ ਆ? ਠੀਕ ਹੈ, ਇਹ ਵਣ ਉਹਨਾਂ ਖੇਤਰਾਂ ਵਿੱਚ ਵਧੇਰੇ ਹੁੰਦੇ ਹਨ ਜਿੱਥੇ ਮੌਨਸੂਨ ਪਾਉਣਾ ਕਾਰਨ ਜ਼ਿਆਦਾ ਵਰਖਾ ਹੁੰਦੀ ਹੈ। ਇਸ ਕਰਕੇ ਇਹਨਾਂ ਨੂੰ ਮੌਨਸੂਨੀ ਵਣ ਕਿਹਾ ਜਾਂਦਾ ਹੈ। ਠੀਕ ਹੈ, ਹੁਣ ਮੌਨਸੂਨੀ ਵਣ ਨੂੰ ਆਪਾਂ ਮੌਨਸੂਨੀ ਵਣ ਕਿਉਂ ਕਹਿੰਦੇ ਆ? ਕਿਉਂਕਿ ਇਹ ਇਸ ਤਰ੍ਹਾਂ ਦੇ ਜਗ੍ਹਾ ਪਾਏ ਜਾਂਦੇ, ਇਸ ਤਰ੍ਹਾਂ ਦੇ ਏਰੀਆ ਦੇ ਵਿੱਚ, ਇਸ ਤਰ੍ਹਾਂ ਦੇ ਖੇਤਰ ਦੇ ਵਿੱਚ ਪਾਏ ਜਾਂਦੇ ਜਿੱਥੇ ਬਾਰਿਸ਼ ਜਿਹੜੀ ਹੁੰਦੀ ਹੈ ਬਹੁਤ ਜ਼ਿਆਦਾ ਹੁੰਦੀ ਹੈ। ਠੀਕ ਹੈ, ਬਹੁਤ ਜ਼ਿਆਦਾ ਬਾਰਿਸ਼ ਹੋਣ ਦੇ ਕਾਰਨ ਇਹ ਵਣ ਉਹਨਾਂ ਖੇਤਰਾਂ ਵਿੱਚ ਪਾਏ ਜਾਂਦੇ ਆ, ਜਿਸ ਕਰਕੇ ਆਪਾਂ ਇਹਨਾਂ ਨੂੰ ਮੌਨਸੂਨੀ ਵਣ ਕਹਿੰਦੇ ਆ। ਠੀਕ ਹੈ, ਇਹਨਾਂ ਦੇ ਪੱਤੇ ਝੋੜੇ ਅਤੇ ਵੱਡੇ ਹੁੰਦੇ ਹਨ। ਜਿਹੜੀ ਰੁੱਤ ਵਿੱਚ ਵਰਖਾ ਨਹੀਂ ਹੁੰਦੀ, ਇਹ ਵਣ ਆਪਣੇ ਪੱਤੇ ਝਾੜ ਦਿੰਦੇ ਹਨ। ਇਸ ਕਰਕੇ ਇਹਨਾਂ ਨੂੰ ਪਤਝੜੀ ਵਣ ਵੀ ਕਿਹਾ ਜਾਂਦਾ ਹੈ। ਠੀਕ ਹੈ, ਹੁਣ ਜਿਹੜੇ ਮੌਨਸੂਨੀ ਵਣ ਹੁੰਦੇ ਨੇ ਉਸ ਤਰ੍ਹਾਂ ਉਹਨਾਂ ਦੇ ਪੱਤੇ ਕਿਸ ਤਰ੍ਹਾਂ ਦੇ ਹੁੰਦੇ ਆ? ਮਤਲਬ ਅਲੱਗ-ਅਲੱਗ ਜਿਹੜੇ ਪੇੜ ਪੌਦੇ ਨੇ ਉਹਨਾਂ ਦੇ ਪੱਤੇ ਅਲੱਗ-ਅਲੱਗ ਹੁੰਦੇ ਆ। ਜਿਹੜੇ ਮੌਨਸੂਨੀ ਵਣ ਹੁੰਦੇ ਆ ਉਹਨਾਂ ਦੇ ਪੱਤੇ ਜਿਹੜੇ ਹੁੰਦੇ ਆ ਉਹ ਚੌੜੇ ਹੁੰਦੇ ਆ ਤੇ ਵੱਡੇ ਹੁੰਦੇ ਆ। ਠੀਕ ਹੈ, ਉਹਨਾਂ ਦਾ ਸਾਈਜ਼ ਵੱਡਾ ਹੁੰਦਾ ਤੇ ਚੌੜਾ ਹੁੰਦਾ। ਤੇ ਜਦੋਂ ਬਾਰਿਸ਼ ਨਹੀਂ ਹੁੰਦੀ, ਕਿਉਂਕਿ ਆਪਾਂ ਦੇਖਦੇ ਹਾਂ ਬਾਰਿਸ਼ ਹਮੇਸ਼ਾ ਤਾਂ ਨਹੀਂ ਹੁੰਦੀ, 3-4 ਮੰਥ ਦੇ ਲਈ ਬਾਰਿਸ਼ ਹੁੰਦੀ ਆ। ਠੀਕ ਹੈ, ਮੌਨਸੂਨ ਦੇ ਸੀਜ਼ਨ ਵਿੱਚ। ਤੇ ਜਿਸ ਸੀਜ਼ਨ ਦੇ ਵਿੱਚ ਬਾਰਿਸ਼ ਨਹੀਂ ਹੁੰਦੀ, ਇਹ ਪੇੜ ਕੀ ਕਰਦੇ ਆ? ਆਪਣੇ ਸਾਰੇ ਪੱਤੇ ਝਾੜ ਦਿੰਦੇ ਆ। ਠੀਕ ਹੈ, ਇਸ ਤਰ੍ਹਾਂ ਆ ਦੇਖੋ ਕਿੰਨੇ ਸਾਰੇ ਪੱਤੇ ਡਿੱਗੇ ਹੋਏ ਆ। ਠੀਕ ਹੈ, ਇਹ ਪੱਤੇ ਝਾੜ ਦਿੰਦੇ ਆ ਇੱਕ ਪਰਟੀਕੂਲਰ ਟਾਈਮ ਦੇ ਵਿੱਚ ਜਦੋਂ ਬਾਰਿਸ਼ ਨਹੀਂ ਹੁੰਦੀ। ਇਸ ਕਰਕੇ ਆਪਾਂ ਕੀ ਕਹਿੰਦੇ ਆ? ਇਹਨਾਂ ਨੂੰ ਪਤਝੜੀ ਵਣ ਵੀ ਕਹਿੰਦੇ ਆ। ਠੀਕ ਹੈ, ਸਿੰਪਲ ਜਿਹਾ ਕੀ ਆ, ਮੌਨਸੂਨੀ ਜੰਗਲ ਆਪਾਂ ਕਿਹਨੂੰ ਕਹਿੰਦੇ ਆ? ਅਜਿਹੇ ਜੰਗਲ, ਅਜਿਹੇ ਰੁੱਖ ਪੌਦੇ ਜਿਹੜੇ ਇਸ ਤਰ੍ਹਾਂ ਦੇ ਖੇਤਰ ਵਿੱਚ ਮਿਲਦੇ ਜਿੱਥੇ ਬਾਰਿਸ਼ ਬਹੁਤ ਜ਼ਿਆਦਾ ਹੁੰਦੀ ਹੈ, ਉਹਨੂੰ ਆਪਾਂ ਮੌਨਸੂਨੀ ਵਣ ਕਹਿੰਦੇ ਆ। ਤੇ ਕੀ ਕਰਦੇ ਆ? ਇਹਨਾਂ ਦੇ ਪੱਤੇ ਚੌੜੇ ਹੁੰਦੇ ਆ ਤੇ ਵੱਡੇ ਹੁੰਦੇ ਆ। ਠੀਕ ਹੈ, ਤੇ ਕੀ ਕਰਦੇ ਆ? ਜਦੋਂ ਬਾਰਿਸ਼ ਨਹੀਂ ਹੁੰਦੀ ਆਪਣੇ ਸਾਰੇ ਪੱਤੇ ਝਾੜ ਦਿੰਦੇ ਆ, ਇਸ ਲਈ ਆਪਾਂ ਇਹਨਾਂ ਨੂੰ ਪਤਝੜੀ ਵਣ ਵੀ ਕਹਿੰਦੇ ਆ। ਠੀਕ ਹੈ, ਚਲੋ ਨੈਕਸਟ ਕੁਐਸਚਨ ਆਪਾਂ ਦੇਖ ਲੈਂਦੇ ਆ। ਨੈਕਸਟ ਕੁਐਸਚਨ ਹੈ, ਸ਼ੀਤ ਉਸ਼ਣ ਘਾਹ ਦੇ ਮੈਦਾਨਾਂ ਬਾਰੇ ਲਿਖੋ। ਵੱਖ-ਵੱਖ ਮਹਾਂਦੀਪਾਂ ਵਿੱਚ ਇਹਨਾਂ ਦੇ ਕੀ ਨਾਮ ਹਨ? ਠੀਕ ਹੈ, ਸ਼ੀਤ ਉਸ਼ਣ ਘਾਹ ਦੇ ਮੈਦਾਨ ਕਿਹਨੂੰ ਕਹਿੰਦੇ ਆ? ਘਾਹ ਮਤਲਬ ਘਾਹ ਤਾਂ ਪਤਾ ਹੀ ਹੈ ਤੁਹਾਨੂੰ, ਹੈ ਨਾ। ਤੇ ਸ਼ੀਤ ਉਸ਼ਣ ਘਾਹ ਦੇ ਮੈਦਾਨ ਦਾ ਕੀ ਮਤਲਬ ਆ? ਇਹ ਮੈਦਾਨ ਘੱਟ ਵਰਖਾ ਵਾਲੇ ਸ਼ੀਤ ਉਸ਼ਣ ਖੇਤਰਾਂ ਵਿੱਚ ਪਾਏ ਜਾਂਦੇ ਹਨ। ਇਹਨਾਂ ਦੀ ਘਾਹ ਜ਼ਿਆਦਾ ਉੱਚੀ ਤਾਂ ਨਹੀਂ ਹੁੰਦੀ,
ਪਰੰਤੂ ਨਰਮ ਅਤੇ ਸੰਘਣੀ ਹੁੰਦੀ ਹੈ। ਠੀਕ ਹੈ, ਇਹਨਾਂ ਨੂੰ ਆਪਾਂ ਸ਼ੀਤ ਉਸ਼ਣ ਕਾਹ ਦੇ ਮੈਦਾਨ ਕਿਉਂ ਕਹਿੰਦੇ ਆ? ਕਿਉਂਕਿ ਇਹ ਸ਼ੀਤ ਉਸ਼ਣ ਖੇਤਰ ਵਿੱਚ ਪਾਏ ਜਾਂਦੇ ਆ। ਠੀਕ ਹੈ, ਹੁਣ ਸ਼ੀਤ ਉਸ਼ਣ ਖੇਤਰ ਕੀ ਹੁੰਦਾ, ਹੁਣੇ ਮੈਂ ਤੁਹਾਨੂੰ ਅੱਗੇ ਦੱਸਦੀ ਹਾਂ ਸ਼ੀਤ ਉਸ਼ਣ ਖੇਤਰ ਕੀ ਹੁੰਦਾ ਮੈਪ ਦੇ ਥਰੂ। ਠੀਕ ਹੈ, ਇਹ ਸ਼ੀਤ ਉਸ਼ਣ ਖੇਤਰ ਵਿੱਚ ਮਿਲਦੇ, ਇਸ ਲਈ ਆਪਾਂ ਕੀ ਕਹਿੰਦੇ ਆ ਇਹਨੂੰ ਸ਼ੀਤ ਉਸ਼ਣ ਕਾਹ ਦੇ ਮੈਦਾਨ ਕਹਿੰਦੇ ਆ। ਹੁਣ ਜਿਹੜੇ ਘਾਹ ਹੁੰਦੇ ਆ ਇਹਨਾਂ ਦੀ ਹਾਈਟ ਜਿਹੜੀ ਹੁੰਦੀ ਬਹੁਤ ਜ਼ਿਆਦਾ ਨਹੀਂ ਹੁੰਦੀ, ਬਹੁਤ ਜ਼ਿਆਦਾ ਲੰਬੇ ਨਹੀਂ ਹੁੰਦੇ, ਬਟ ਬਹੁਤ ਜ਼ਿਆਦਾ ਸੰਘਣੇ ਹੁੰਦੇ ਆ। ਸੰਘਣੇ ਮਤਲਬ ਬਹੁਤ ਨੇੜੇ ਨੇੜੇ ਹੁੰਦੇ ਆ। ਠੀਕ ਹੈ, ਜਗ੍ਹਾ ਹੀ ਨਹੀਂ ਹੁੰਦੀ ਇਹਨਾਂ ਵਿੱਚ, ਇਹ ਸੰਘਣੇ ਬਹੁਤ ਹੁੰਦੇ ਆ ਅਤੇ ਕੀ ਹੁੰਦੇ, ਨਰਮ ਹੁੰਦੇ ਆ। ਠੀਕ ਹੈ, ਇਸ ਕਰਕੇ ਪਸ਼ੂਆਂ ਦੇ ਚਾਰੇ ਲਈ ਬਹੁਤ ਉਪਯੋਗੀ ਹੈ। ਹੁਣ ਜੇ ਸੰਘਣੇ ਨੇ, ਨਰਮ ਨੇ, ਹੈ ਨਾ, ਐਨੀਮਲਸ ਨੂੰ ਵੀ ਇਹ ਵਧੀਆ ਲੱਗੇਗਾ ਖਾਣ ਦੇ ਵਿੱਚ, ਹੈ ਨਾ, ਇਸ ਲਈ ਕੀ ਹੈ, ਚਾਰੇ ਦੇ ਲਈ ਬਹੁਤ ਜ਼ਿਆਦਾ ਉਪਯੋਗੀ ਹੁੰਦਾ। ਇਹਨਾਂ ਕਾਹ ਦੇ ਮੈਦਾਨਾਂ ਨੂੰ ਯੂਰੇਸ਼ੀਆ ਵਿੱਚ ਸਟੇਪੀਜ਼, ਹੁਣ ਅਲੱਗ-ਅਲੱਗ ਜਿਹੜੇ ਕੌਂਟੀਨੈਂਟਸ ਨੇ, ਅਲੱਗ-ਅਲੱਗ ਜਿਹੜੇ ਮਹਾਂਦੀਪ ਨੇ, ਇਹਨਾਂ ਨੂੰ ਅਲੱਗ-ਅਲੱਗ ਮਹਾਂਦੀਪਾਂ ਦੇ ਵਿੱਚ ਅਲੱਗ-ਅਲੱਗ ਨਾਮ ਦਿੱਤਾ ਗਿਆ। ਠੀਕ ਹੈ, ਹਰ ਜਗ੍ਹਾ ਸੇਮ ਨਾਮ ਨਹੀਂ ਹੈ। ਯੂਰੇਸ਼ੀਆ ਦੇ ਵਿੱਚ, ਯੂਰੇਸ਼ੀਆ ਮਤਲਬ ਯੂਰਪ ਤੇ ਏਸ਼ੀਆ। ਠੀਕ ਹੈ, ਯੂਰੇਸ਼ੀਆ ਵਿੱਚ ਇਹਨਾਂ ਨੂੰ ਕੀ ਕਹਿੰਦੇ ਆਪਾਂ? ਸਟੇਪੀਜ਼ ਕਹਿੰਦੇ ਆ। ਉੱਤਰੀ ਅਮਰੀਕਾ ਵਿੱਚ ਆਪਾਂ ਕਹਿੰਦੇ ਆ ਪ੍ਰੇਅਰੀਜ਼। ਠੀਕ ਹੈ, ਦੱਖਣੀ ਅਮਰੀਕਾ ਵਿੱਚ ਕਹਿੰਦੇ ਆ ਪੰਪਾਜ਼। ਠੀਕ ਹੈ, ਦੱਖਣੀ ਅਫਰੀਕਾ ਵਿੱਚ ਆਪਾਂ ਕਹਿੰਦੇ ਆ ਵੇਲਡ। ਠੀਕ ਹੈ, ਆਸਟ੍ਰੇਲੀਆ ਵਿੱਚ ਆਪਾਂ ਕਹਿੰਦੇ ਆ ਡਾਊਨਸ। ਠੀਕ ਹੈ, ਇਹ ਅਲੱਗ-ਅਲੱਗ ਕੌਂਟੀਨੈਂਟਸ ਦੇ ਵਿੱਚ ਇਹਨਾਂ ਦੇ ਅਲੱਗ-ਅਲੱਗ ਨਾਮ ਦਿੱਤੇ ਹੋਏ ਆ ਜੋ ਆਪਾਂ ਇਹਨਾਂ ਨੂੰ ਕਹਿੰਦੇ ਆ। ਠੀਕ ਹੈ, ਹੁਣ ਇੱਥੇ ਦੇਖੋ, ਆਹ ਦੇਖੋ, ਇਹ ਕੀ ਆ? ਅਲੱਗ-ਅਲੱਗ ਕੌਂਟੀਨੈਂਟਸ ਨੇ। ਠੀਕ ਹੈ, ਹੁਣ ਹਾਂ ਮੈਂ ਤੁਹਾਨੂੰ ਦੱਸਣਾ ਸੀ ਨਾ ਸ਼ੀਤ ਉਸ਼ਣ ਕਾਹ ਦੇ ਮੈਦਾਨ। ਆਹ ਦੇਖੋ, ਜਿਹੜੀਆਂ ਤੁਹਾਨੂੰ 3 ਲਾਈਨਸ ਦਿਖਾਈ ਦੇ ਰਹੀਆਂ ਨੇ ਨਾ, ਆਹ ਇਹਨਾਂ ਤੋਂ ਆਪਾਂ ਉਸ਼ਣ ਕਾਹ ਦੇ ਮੈਦਾਨ ਕਹਿੰਦੇ ਆ। ਬਟ ਇੱਥੋਂ ਦੀ ਸ਼ੁਰੂ ਕਰਕੇ, ਠੀਕ ਹੈ, ਇੱਥੋਂ ਤੱਕ, ਠੀਕ ਹੈ, ਲਗਭਗ, ਨਾਟ ਐਗਜ਼ੈਕਟਲੀ ਬਟ ਲਗਭਗ। ਠੀਕ ਹੈ, ਇਹ ਜਿਹੜੇ ਏਰੀਆਜ਼ ਨੇ ਇਹਨਾਂ ਨੂੰ ਆਪਾਂ ਕੀ ਕਹਿੰਦੇ ਆ? ਸ਼ੀਤ ਉਸ਼ਣ ਕਾਹ ਦੇ ਮੈਦਾਨ, ਸ਼ੀਤ ਉਸ਼ਣ ਖੇਤਰ ਕਹਿੰਦੇ ਆ। ਠੀਕ ਹੈ, ਤੇ ਇਹਨਾਂ ਖੇਤਰਾਂ ਵਿੱਚ ਇਹ ਜਿਹੜੇ ਘਾਹ ਨੇ ਮਿਲਦੇ ਆ। ਠੀਕ ਹੈ, ਇਹਨਾਂ ਖੇਤਰਾਂ ਦੇ ਵਿੱਚ, ਇਸ ਲਈ ਆਪਾਂ ਇਹਨਾਂ ਨੂੰ ਕੀ ਕਹਿ ਦਿੰਦੇ ਆ? ਸ਼ੀਤ ਉਸ਼ਣ ਕਾਹ ਦੇ ਮੈਦਾਨ। ਠੀਕ ਹੈ, ਸ਼ੀਤ ਉਸ਼ਣ ਕਾਹ ਦੇ ਮੈਦਾਨ ਪਤਾ ਲੱਗ ਗਿਆ? ਠੀਕ ਹੈ, ਦੇਖੋ ਇੱਥੇ ਇਹ ਘਾਹ ਪਾਏ ਜਾਂਦੇ ਆ। ਠੀਕ ਹੈ, ਇਹ ਪੂਰਾ ਖੇਤਰ ਕੀ ਆ? ਸ਼ੀਤ ਉਸ਼ਣ ਖੇਤਰ ਆ, ਤੇ ਇੱਥੇ ਘਾਹ ਮਿਲਦੇ ਨੇ, ਇਸ ਲਈ ਆਪਾਂ ਇਹਨਾਂ ਨੂੰ ਕੀ ਕਹਿੰਦੇ ਆ? ਸ਼ੀਤ ਉਸ਼ਣ ਕਾਹ ਦੇ ਮੈਦਾਨ ਕਹਿੰਦੇ ਆ। ਕਲੀਅਰ ਹੋ ਗਿਆ ਸ਼ੀਤ ਉਸ਼ਣ ਕਾਹ ਦੇ ਮੈਦਾਨ ਕੀ ਹੁੰਦਾ ਆ? ਠੀਕ ਹੈ, ਜਿਹੜੇ ਇਹ ਟ੍ਰੋਪਿਕ ਆਫ ਕੈਂਸਰ, ਟ੍ਰੋਪਿਕ ਆਫ ਕੈਪਰੀਕੋਨ ਦੇ ਉੱਪਰ ਵਾਲੇ ਖੇਤਰ ਨੇ, ਹੈ ਨਾ, ਉਹਨਾਂ ਨੂੰ ਆਪਾਂ ਕਹਿੰਦੇ ਆ। ਠੀਕ ਹੈ, ਚਲੋ ਉਸ ਤੋਂ ਬਾਅਦ ਆਹ ਵੇਖੋ, ਅਲੱਗ-ਅਲੱਗ ਕੌਂਟੀਨੈਂਟਸ ਦਿੱਤੇ ਹੋਏ ਆ, ਹੈ ਨਾ, ਆਪਾਂ ਕੌਂਟੀਨੈਂਟਸ ਕਰ ਚੁੱਕੇ ਹਾਂ ਵੈਸੇ 6th ਕਲਾਸ ਦੇ ਵਿੱਚ। ਠੀਕ ਹੈ, ਪਹਿਲਾਂ ਮੈਂ ਤੁਹਾਨੂੰ ਨਾਮ ਹੀ ਦੱਸ ਦਿੰਦੀ ਹਾਂ ਪਿਛਲੀ ਵੀਡੀਓ ਦੇ ਵਿੱਚ। ਆਹ ਵੇਖੋ, ਫੋਟੋ ਦੇ ਵਿੱਚ, ਆਹ ਦੇਖੋ, ਏਸ਼ੀਆ ਤੇ ਯੂਰਪ, ਹੈ ਨਾ, ਇਹਨਾਂ ਦੋਨਾਂ ਨੂੰ ਆਪਾਂ ਮਿਲਾ ਕੇ ਜਦ ਆਪਾਂ ਇਕੱਠਾ ਪ੍ਰੋਨਾਊਂਸ ਕਰਦੇ ਹਾਂ, ਆਪਾਂ ਇਹਨਾਂ ਨੂੰ ਕਹਿੰਦੇ ਹਾਂ ਯੂਰੇਸ਼ੀਆ। ਆਪਣਾ ਇੰਡੀਆ ਕਿੱਥੇ ਆ ਰਿਹਾ? ਠੀਕ ਹੈ, ਆਪਣਾ ਇੰਡੀਆ ਕਿਸ ਦਾ ਪਾਰਟ ਹੈ? ਏਸ਼ੀਆ ਦਾ ਪਾਰਟ ਹੈ। ਠੀਕ ਹੈ, ਏਸ਼ੀਆ ਦੇ ਵਿੱਚ ਆਉਂਦਾ ਇੰਡੀਆ। ਠੀਕ ਹੈ, ਤੇ ਜਦ ਆਪਾਂ ਯੂਰਪ ਤੇ ਏਸ਼ੀਆ ਨੂੰ ਇਕੱਠਾ ਬੁਲਾਉਂਦੇ ਹਾਂ, ਆਪਾਂ ਇਹਨਾਂ ਨੂੰ ਯੂਰੇਸ਼ੀਆ ਕਹਿੰਦੇ ਹਾਂ। ਠੀਕ ਹੈ, ਉਸ ਤੋਂ ਬਾਅਦ ਆ ਰਿਹਾ ਨਾਰਥ ਅਮਰੀਕਾ, ਇਹ ਆ ਸਾਊਥ ਅਮਰੀਕਾ, ਇਹ ਹੈਗਾ ਆ ਆਸਟ੍ਰੇਲੀਆ, ਤੇ ਇਹ ਰਿਹਾ ਆਪਣਾ ਕੀ ਆ? ਅੰਟਾਰਕਟਿਕਾ, ਤੇ ਇੱਕ ਆ ਰਿਹਾ ਅਫਰੀਕਾ। 7 ਕੌਂਟੀਨੈਂਟਸ ਨੇ ਆਪਣੇ। ਠੀਕ ਹੈ, ਹੁਣ ਇਹਨਾਂ ਨੂੰ ਅਲੱਗ-ਅਲੱਗ ਕੌਂਟੀਨੈਂਟਸ ਦੇ ਵਿੱਚ ਅਲੱਗ-ਅਲੱਗ ਨਾਮ ਦਿੱਤਾ ਗਿਆ। ਠੀਕ ਹੈ, ਹੁਣ ਦੇਖੋ, ਇੱਥੇ ਯੂਰਪ ਸੀ, ਇੱਥੇ ਏਸ਼ੀਆ ਸੀ। ਕਲਰ ਚੇਂਜ ਕਰ ਲੈਂਦੇ ਹਾਂ ਆਪਾਂ, ਰਾਈਟ। ਚਲੋ, ਇੱਥੇ ਕੀ ਸੀ? ਯੂਰਪ, ਇੱਥੇ ਏਸ਼ੀਆ, ਤੇ ਦੋਨਾਂ ਦੇ ਵਿੱਚ ਕੀ ਸੀ? ਯੂਰੇਸ਼ੀਆ ਦੋਨਾਂ ਨੂੰ ਕਹਿੰਦੇ ਸੀ, ਤੇ ਯੂਰੇਸ਼ੀਆ ਦੇ ਵਿੱਚ ਇਸ ਦਾ ਨਾਮ ਕੀ ਆ? ਸਟੇਪੀਜ਼ ਆ। ਠੀਕ ਹੈ, ਤੇ ਇੱਧਰ ਕੀ ਸੀ? ਨਾਰਥ ਅਮਰੀਕਾ ਸੀ, ਰਾਈਟ। ਨਾਰਥ ਅਮਰੀਕਾ ਦੇ ਵਿੱਚ ਆਪਾਂ ਕੀ ਕਹਿੰਦੇ ਆ? ਇਹਨੂੰ ਪ੍ਰੇਅਰੀਜ਼ ਕਹਿੰਦੇ ਆ। ਇੱਥੇ ਕੀ ਸੀ? ਸਾਊਥ ਅਮਰੀਕਾ, ਸਾਊਥ ਅਮਰੀਕਾ ਦੇ ਵਿੱਚ ਆਪਾਂ ਕੀ ਕਹਿੰਦੇ ਆ? ਪੰਪਾਜ਼। ਠੀਕ ਹੈ, ਇਹ ਕੀ ਸੀ? ਅਫਰੀਕਾ ਦੇ ਵਿੱਚ ਆਪਾਂ ਕਹਿੰਦੇ ਆ ਵੇਲਡ। ਇਹ ਕੀ ਸੀ? ਆਸਟ੍ਰੇਲੀਆ, ਆਸਟ੍ਰੇਲੀਆ ਦੇ ਵਿੱਚ ਆਪਾਂ ਇਹਨਾਂ ਨੂੰ ਕਹਿੰਦੇ ਆ ਡਾਊਨਸ। ਠੀਕ ਹੈ, ਇਹ ਅਲੱਗ-ਅਲੱਗ ਕੌਂਟੀਨੈਂਟਸ ਦੇ ਵਿੱਚ ਇਹ ਜਿਹੜੇ ਘਾਹ ਨੇ ਉਹਨਾਂ ਦੇ ਅਲੱਗ-ਅਲੱਗ ਨੇਮਸ ਨੇ। ਠੀਕ ਹੈ, ਚਲੋ ਨੈਕਸਟ ਕੁਐਸਚਨ ਆਪਾਂ ਦੇਖ ਲੈਂਦੇ ਆ। ਗਰਮ ਮਾਰੂਥਲੀ ਬਨਸਪਤੀ ਬਾਰੇ ਲਿਖੋ। ਜਿਹੜੇ ਮਾਰੂਥਲੀ ਦਾ ਮਤਲਬ ਜਿਹੜੇ ਡੇਜ਼ਰਟ ਹੁੰਦੇ ਆ, ਜਿੱਥੇ ਬਹੁਤ ਜ਼ਿਆਦਾ ਬਰਫ਼ ਹੋਵੇ ਹਮੇਸ਼ਾ, ਜਾਂ ਬਹੁਤ ਜ਼ਿਆਦਾ ਰੇਤ ਹੋਵੇ, ਉਹਨੂੰ ਆਪਾਂ ਡੇਜ਼ਰਟ ਕਹਿੰਦੇ ਆ, ਮਾਰੂਥਲ ਕਹਿੰਦੇ ਆ। ਠੀਕ ਹੈ, ਹੁਣ ਜਿਹੜੇ ਗਰਮ ਮਾਰੂਥਲ ਦਾ ਮਤਲਬ ਹੈਗਾ ਆ ਜਿੱਥੇ ਰੇਤ ਹੋਵੇ। ਠੀਕ ਹੈ, ਗਰਮ ਮਾਰੂਥਲੀ ਬਨਸਪਤੀ। ਹੁਣ ਜਿਹੜੇ ਰੇਤੀਲੇ ਮਾਰੂਥਲ ਹੁੰਦੇ ਆ, ਉੱਥੇ ਜਿਹੜੀ ਬਨਸਪਤੀ ਹੁੰਦੀ ਆ, ਰੁੱਖ ਪੇੜ ਪੌਦੇ ਹੁੰਦੇ ਆ, ਉਹਨਾਂ ਬਾਰੇ ਆਪਾਂ ਦੱਸਣਾ। ਠੀਕ ਹੈ, ਗਰਮ ਮਾਰੂਥਲਾਂ ਵਿੱਚ ਜ਼ਿਆਦਾ ਗਰਮੀ ਅਤੇ ਘੱਟ ਵਰਖਾ ਕਾਰਨ ਬਹੁਤ ਘੱਟ ਬਨਸਪਤੀ ਹੁੰਦੀ ਹੈ। ਭਾਰਤ ਅਤੇ ਪਾਕਿਸਤਾਨ ਦਾ ਥਾਰ ਮਾਰੂਥਲ, ਅਫਰੀਕਾ ਦਾ ਸਹਾਰਾ ਮਾਰੂਥਲ ਆਦਿ ਗਰਮ ਮਾਰੂਥਲ ਹਨ। ਇਹਨਾਂ ਵਿੱਚ ਕੰਡੇਦਾਰ ਝਾੜੀਆਂ, ਛੋਟੀਆਂ-ਛੋਟੀਆਂ ਜੜੀਆਂ ਬੂਟੀਆਂ ਅਤੇ ਘਾਹ ਆਦਿ ਹੀ ਉੱਗਦਾ ਹੈ। ਇਹ ਬਨਸਪਤੀ ਦੀਆਂ ਜੜ੍ਹਾਂ ਲੰਬੀਆਂ ਤੇ ਮੋਟੀਆਂ ਹੁੰਦੀਆਂ ਹਨ ਤਾਂ ਕਿ ਪੌਦੇ ਡੂੰਘਾਈ ਤੋਂ ਨਮੀ ਪ੍ਰਾਪਤ ਕਰ ਸਕਣ। ਹੁਣ ਇਹਨਾਂ ਨੇ ਕੀ ਕਿਹਾ? ਠੀਕ ਹੈ, ਗਰਮ ਮਾਰੂਥਲ ਦਾ ਮਤਲਬ ਕੀ ਆ? ਕੀ ਹੁੰਦਾ ਆ? ਗਰਮ ਮਾਰੂਥਲ ਜਿੱਥੇ ਬਹੁਤ ਜ਼ਿਆਦਾ ਰੇਤ ਹੋਵੇ, ਜਿਵੇਂ ਕਿ ਇੰਡੀਆ ਦੇ ਵਿੱਚ ਕਿੱਥੇ ਆ? ਇੰਡੀਆ ਦੇ ਵਿੱਚ ਹੈਗਾ ਆ ਸਾਡਾ ਰਾਜਸਥਾਨ ਦੇ ਵਿੱਚ। ਠੀਕ ਹੈ, ਪਾਕਿਸਤਾਨ ਦੇ ਵਿੱਚ ਹੈਗਾ ਆ। ਇੰਡੀਆ ਤੇ ਪਾਕਿਸਤਾਨ ਦੇ ਵਿੱਚ ਕਿਹੜਾ ਮਾਰੂਥਲ ਆ? ਥਾਰ ਮਾਰੂਥਲ ਆ। ਠੀਕ ਹੈ, ਕਿਹੜਾ ਮਾਰੂਥਲ ਆ? ਥਾਰ ਮਾਰੂਥਲ ਆ।
ਜਿਹੜਾ ਕਿ ਗਰਮ ਮਾਰੂਥਲ ਆ। ਅਫਰੀਕਾ ਦੇ ਵਿੱਚ ਕਿਹੜਾ ਆ? ਸਹਾਰਾ ਮਾਰੂਥਲ, ਜਿਹੜਾ ਕਿ ਦੁਨੀਆ ਦਾ ਸਭ ਤੋਂ ਵੱਡਾ ਗਰਮ ਮਾਰੂਥਲ ਆ। ਠੀਕ ਹੈ, ਇਹਨਾਂ ਗਰਮ ਮਾਰੂਥਲਾਂ ਦੇ ਵਿੱਚ ਜਿਹੜੇ ਪੇੜ ਪੌਦੇ ਉੱਗਦੇ ਆ ਉਹਨੂੰ ਆਪਾਂ ਕੀ ਕਹਿੰਦੇ ਆ? ਗਰਮ ਮਾਰੂਥਲੀ ਬਨਸਪਤੀ ਕਹਿੰਦੇ ਆ। ਹੁਣ ਇਹਨਾਂ ਦੀ ਵਿਸ਼ੇਸ਼ਤਾ ਕੀ ਆ? ਇਹ ਜਿਹੜੇ ਹੁੰਦੇ ਆ ਇਹ ਕੰਡੇਦਾਰ ਝਾੜੀਆਂ ਹੁੰਦੀਆਂ, ਮਤਲਬ ਇਹ ਇਸ ਤਰ੍ਹਾਂ ਦੇ ਪੇੜ ਪੌਦੇ ਜਿਹੜੀਆਂ ਝਾੜੀਆਂ ਟਾਈਪ ਹੁੰਦੀਆਂ ਨੇ ਤੇ ਕੰਡੇਦਾਰ ਹੁੰਦੀਆਂ ਨੇ, ਤਿੱਖੀਆਂ ਹੁੰਦੀਆਂ ਨੇ, ਨੋਕੀਲੀਆਂ ਹੁੰਦੀਆਂ ਨੇ। ਠੀਕ ਹੈ, ਛੋਟੀਆਂ ਛੋਟੀਆਂ ਜੜੀਆਂ ਬੂਟੀਆਂ ਹੁੰਦੀਆਂ ਨੇ, ਛੋਟੇ ਛੋਟੇ ਰੁੱਖ ਪੌਦੇ ਹੋ ਗਏ, ਨੁਕੀਲੇ ਪੱਤੇ ਹੋ ਗਏ। ਠੀਕ ਹੈ, ਕੈਕਟਸ ਵਗੈਰਾ ਦਾ ਪੇੜ ਤੁਸੀਂ ਦੇਖੇ ਹੋਣਾ, ਆ ਵੇਖੋ ਕੈਕਟਸ। ਠੀਕ ਹੈ, ਤੇ ਆ ਇਸ ਤਰ੍ਹਾਂ ਦਾ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਪੇੜ ਪੌਦੇ ਨੇ। ਠੀਕ ਹੈ, ਇਸ ਤਰ੍ਹਾਂ ਦੇ ਪੇੜ ਪੌਦੇ ਹੁੰਦੇ ਆ ਤੇ ਇਹਨਾਂ ਦੀਆਂ ਜਿਹੜੀਆਂ ਜੜ੍ਹਾਂ ਨੇ ਨਾ ਮਿੱਟੀ ਦੇ ਵਿੱਚ ਬਹੁਤ ਅੰਦਰ ਤੱਕ ਜਾਂਦੀਆਂ ਨੇ। ਹੁਣ ਅੰਦਰ ਤੱਕ ਕਿਉਂ ਜਾਂਦੀਆਂ ਨੇ? ਸਾਨੂੰ ਪਤਾ ਜਿਹੜੇ ਮਾਰੂਥਲ ਦੇ ਇਲਾਕੇ ਹੁੰਦੇ ਆ ਉਹ ਤੇ ਪਾਣੀ ਦੀ ਘਾਟ ਹੁੰਦੀ ਆ। ਹੁਣ ਇਹਨਾਂ ਪੇੜ ਪੌਦਿਆਂ ਨੂੰ ਪਾਣੀ ਦੀ ਲੋੜ ਹੁੰਦੀ ਆ, ਪਾਣੀ ਨੇੜੇ ਤੇੜੇ ਤਾਂ ਹੁੰਦਾ ਨਹੀਂ, ਇਹ ਅੰਦਰ ਤੱਕ ਜਾਂਦੀਆਂ ਨੇ ਤਾਂ ਜੋ ਇਹ ਪਾਣੀ ਨੂੰ ਸੋਖ ਸਕਣ ਅੰਦਰੋਂ। ਠੀਕ ਹੈ, ਇਸ ਤਰ੍ਹਾਂ ਦੇ ਇਹਨਾਂ ਦੀ ਬਣਾਵਟ ਹੁੰਦੀ ਹੈ ਤੇ ਇਹਨਾਂ ਦੇ ਜਿਹੜੇ ਪੱਤੇ ਹੁੰਦੇ ਆ ਉਹ ਕੀ ਨੇ? ਇਸ ਤਰ੍ਹਾਂ ਦੇ ਹੁੰਦੇ ਆ ਕਿ ਉਹ ਵੱਧ ਤੋਂ ਵੱਧ ਨਮੀ ਨੂੰ ਬਹੁਤ ਜ਼ਿਆਦਾ ਟਾਈਮ ਤੱਕ ਓਬਜ਼ਰਵ ਕਰਕੇ ਰੱਖ ਸਕਣ, ਸੋਖ ਕੇ ਰੱਖ ਸਕਣ। ਠੀਕ ਹੈ, ਇਸ ਤਰ੍ਹਾਂ ਦੇ ਇਹਨਾਂ ਦੇ ਪੱਤੇ ਹੁੰਦੇ ਆ। ਠੀਕ ਹੈ, ਇਹ ਕੀ ਸੀ? ਮਾਰੂਥਲੀ ਬਨਸਪਤੀ। ਠੀਕ ਹੈ, ਹੁਣ ਆਪਾਂ ਨੈਕਸਟ ਦੇਖ ਲੈਂਦੇ ਆ, ਵਣਾਂ ਦੀ ਸੰਭਾਲ ਕਿਉਂ ਜ਼ਰੂਰੀ ਹੈ। ਹੁਣ ਵਣਾਂ ਨੂੰ ਸੰਭਾਲਣਾ ਕਿਉਂ ਜ਼ਰੂਰੀ ਹੈ? ਕਿਉਂ ਸਾਨੂੰ ਵਣ ਨੂੰ ਕੱਟਣਾ ਨਹੀਂ ਚਾਹੀਦਾ, ਉਹਨਾਂ ਨੂੰ ਬਚਾਉਣਾ ਚਾਹੀਦਾ। ਕਿਉਂ? ਵਣ ਸਾਡੇ ਲਈ ਬਹੁਤ ਮਹੱਤਵਪੂਰਨ ਹਨ ਕਿਉਂਕਿ ਇਹ ਸਾਡੀਆਂ ਬਹੁਤ ਸਾਰੀਆਂ ਲੋੜਾਂ ਪੂਰੀਆਂ ਕਰਦੇ ਹਨ। ਵਣਾਂ ਤੋਂ ਸਾਨੂੰ ਲੱਕੜੀ, ਦਵਾਈਆਂ, ਜੜੀਆਂ ਬੂਟੀਆਂ ਆਦਿ ਪ੍ਰਾਪਤ ਹੁੰਦੇ ਹਨ। ਇਹ ਸਾਡੇ ਲਈ ਵਾਤਾਵਰਣ ਦੇ ਸੰਤੁਲਨ ਨੂੰ ਕਾਇਮ ਰੱਖਦੇ ਹਨ ਅਤੇ ਵਰਖਾ ਲਿਆਉਣ ਵਿੱਚ ਸਹਾਇਤਾ ਕਰਦੇ ਹਨ। ਅੱਜ ਕੱਲ੍ਹ ਵਸੋਂ ਦੇ ਵਾਧੇ ਨਾਲ ਜੰਗਲ ਲਗਾਤਾਰ ਘੱਟ ਰਹੇ ਹਨ, ਇਸ ਲਈ ਸਾਨੂੰ ਵਣਾਂ ਦੀ ਸੰਭਾਲ ਕਰਨੀ ਚਾਹੀਦੀ ਹੈ ਅਤੇ ਨਵੇਂ ਰੁੱਖ ਲਗਾਉਣੇ ਚਾਹੀਦੇ ਹਨ। ਠੀਕ ਹੈ, ਵਣ ਦੀ ਸੰਭਾਲ ਕਿਉਂ ਜ਼ਰੂਰੀ ਹੈ? ਕਿਉਂਕਿ ਇਹ ਸਾਡੀਆਂ ਬਹੁਤ ਸਾਰੀਆਂ ਨੀਡਸ ਪੂਰੀਆਂ ਕਰਦੀ ਹੈ। ਠੀਕ ਹੈ, ਸਾਨੂੰ ਰਹਿਣ ਦੇ ਲਈ ਲੱਕੜ ਦੀ ਲੋੜ ਹੁੰਦੀ ਹੈ, ਸਾਨੂੰ ਪ੍ਰਦਾਨ ਕਰਦੀ ਹੈ। ਸਾਨੂੰ ਕੰਮ ਦੀ ਲੋੜ ਹੁੰਦੀ ਹੈ, ਫੈਕਟਰੀਆਂ ਦੇ ਵਿੱਚ ਲੱਕੜਾਂ ਦਾ ਕੰਮ ਹੁੰਦਾ ਹੈ। ਠੀਕ ਹੈ, ਬਹੁਤ ਸਾਰੇ ਫਰਨੀਚਰਸ ਵਗੈਰਾ ਲੱਕੜਾਂ ਤੋਂ ਬਣਦੇ ਨੇ। ਇਸ ਤਰ੍ਹਾਂ ਰੁਜ਼ਗਾਰ ਵੀ ਪ੍ਰਦਾਨ ਕਰਦੇ ਆ, ਸਾਨੂੰ ਫਰਨੀਚਰਸ ਵੀ ਪ੍ਰੋਵਾਈਡ ਕਰਵਾਉਂਦੇ ਆ, ਸਾਨੂੰ ਕਾਗਜ਼, ਗੂੰਦ, ਜੜੀਆਂ ਬੂਟੀਆਂ, ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਪ੍ਰਦਾਨ ਕਰਦੇ ਨੇ। ਇਸ ਤਰ੍ਹਾਂ ਸਾਡੀਆਂ ਬਹੁਤ ਸਾਰੀਆਂ ਲੋੜਾਂ ਪੂਰੀਆਂ ਕਰਦੇ ਆ। ਇਸ ਤੋਂ ਇਲਾਵਾ ਸਾਨੂੰ ਆਕਸੀਜਨ ਦਿੰਦੇ ਆ, ਮੀਂਹ ਪੈਣ ਵਿੱਚ ਸਹਾਇਤਾ ਕਰਦੇ ਆ, ਵਰਖਾ ਲਿਆਉਣ ਦੇ ਵਿੱਚ ਸਹਾਇਤਾ ਕਰਦੇ ਆ, ਮਿੱਟੀ ਨੂੰ ਖੁਰਨ ਤੋਂ ਰੋਕਦੇ ਨੇ, ਪੌਂਖ ਹੋਣ ਨੂੰ ਰੋਕਦੇ ਨੇ। ਠੀਕ ਹੈ, ਇਸ ਤਰ੍ਹਾਂ ਕੀ ਨੇ? ਇਹ ਸਾਡੀ ਬਹੁਤ ਸਾਰੀਆਂ ਲੋੜਾਂ ਨੂੰ ਪੂਰੀਆਂ ਕਰਦੇ ਨੇ। ਐਨੀਮਲਸ ਨੂੰ ਰਹਿਣ ਦੇ ਲਈ ਘਰ ਪ੍ਰਦਾਨ ਕਰਦੇ ਆ। ਇਸ ਲਈ ਸਾਨੂੰ ਕੀ ਕਰਨਾ ਚਾਹੀਦਾ? ਇਹਨਾਂ ਨੂੰ ਬਚਾਉਣਾ ਚਾਹੀਦਾ ਹੈ ਕਿਉਂਕਿ ਪੋਪੂਲੇਸ਼ਨ ਵੱਧ ਰਹੀ ਆ, ਨੀਡਸ ਵੱਧ ਰਹੀਆਂ ਨੇ। ਇਸ ਤਰ੍ਹਾਂ ਆਪਾਂ ਕੀ ਕਰਦੇ ਹਾਂ? ਬਿਨਾਂ ਸੋਚੇ ਸਮਝੇ ਇਹਨਾਂ ਨੂੰ ਕੱਟਦੇ ਜਾ ਰਹੇ ਹਾਂ। ਪਤਾ ਮੈਨੂੰ ਵੀ ਸਾਨੂੰ ਨੀਡਸ ਪੂਰੀਆਂ ਕਰਨ ਦੀ ਜੰਗਲ ਦੀ ਲੋੜ ਆ, ਲੱਕੜੀ ਦੀ ਲੋੜ ਆ, ਬਟ ਆਪਾਂ ਇਹ ਵੀ ਤਾਂ ਕਰ ਸਕਦੇ ਹਾਂ, ਇਸ ਤਰ੍ਹਾਂ ਦਾ ਨਿਯਮ ਲੈ ਆਈਏ ਕਿ ਜੋ ਪਰਸਨ 10 ਪੇੜ ਪੌਦੇ ਕੱਟ ਰਿਹਾ ਉਹ 10 ਪੇੜ ਪੌਦੇ ਲਗਾਵੇ ਵੀ। ਠੀਕ ਹੈ, ਉਸ ਨੂੰ ਉਹਨੇ ਹੀ ਪੇੜ ਕੱਟਣ ਦੀ ਪਰਮਿਸ਼ਨ ਦਿੱਤੀ ਜਾਵੇ ਜਿੰਨੀ ਕਿ ਉਹ ਲਾਵੇਗਾ। ਇਸ ਤਰ੍ਹਾਂ ਕੀ ਹੋਏਗਾ? 10 ਸਾਲ ਬਾਅਦ, 20 ਸਾਲ ਬਾਅਦ, 30 ਸਾਲ ਬਾਅਦ ਉਹ ਪੇੜ ਦੁਬਾਰਾ ਤਿਆਰ ਹੋ ਜਾਏਗਾ। ਠੀਕ ਹੈ, ਇਸ ਤਰ੍ਹਾਂ ਆਪਾਂ ਇਹਨਾਂ ਨੂੰ ਸੰਭਾਲ ਸਕਦੇ ਹਾਂ। ਠੀਕ ਹੈ, ਇਸ ਤਰ੍ਹਾਂ ਸਾਨੂੰ ਕੁਝ ਨਾ ਕੁਝ ਕ੍ਰੀਏਟਿਵ ਸੋਚਣਾ ਚਾਹੀਦਾ। ਤੁਸੀਂ ਬੱਚੇ ਹੋ, ਤੁਹਾਡੇ ਵਿੱਚ ਬਹੁਤ ਸਾਰੇ ਕੋਈ ਨਾ ਕੋਈ ਥੋਟ ਆਉਂਦਾ ਹੋਏਗਾ, ਅਤੇ ਜੇ ਇਸ ਤਰ੍ਹਾਂ ਦਾ ਕੋਈ ਥੋਟ ਆਵੇ ਤੁਸੀਂ ਆਸ-ਪਾਸ ਦੇ ਲੋਕਾਂ ਨੂੰ ਦੱਸੋ ਤਾਂ ਜੋ ਉਸਨੂੰ ਕਰਨ ਦੀ ਕੋਸ਼ਿਸ਼ ਕਰਨ। ਇਸ ਤਰ੍ਹਾਂ ਆਪਾਂ ਕੀ ਕਰ ਸਕਦੇ ਹਾਂ? ਵਣਾਂ ਨੂੰ ਸੰਭਾਲਣ ਵਿੱਚ ਹੈਲਪ ਕਰ ਸਕਦੇ ਹਾਂ ਆਪਣੇ ਲੈਵਲ 'ਤੇ। ਠੀਕ ਹੈ, ਚਲੋ ਹਾਂਜੀ, ਹੁਣ ਆਪਣਾ ਜਿਹੜਾ ਸੀ ਪੰਜਾਬੀ ਮੀਡੀਅਮ ਦੇ ਕੁਐਸਚਨ ਆਨਸਰ ਖਤਮ ਹੋ ਗਏ ਨੇ। ਹੁਣ ਆਪਾਂ ਦੇਖਣਾ ਹੈ ਇੰਗਲਿਸ਼ ਮੀਡੀਅਮ ਦਾ। ਠੀਕ ਹੈ, ਲੈਸਨ 5 ਨੇਚਰਲ ਵੈਜੀਟੇਸ਼ਨ ਐਂਡ ਵਾਈਲਡ ਲਾਈਫ। ਜਿਹੜਾ ਸਭ ਤੋਂ ਪਹਿਲਾ ਕੁਐਸਚਨ ਆ ਕੀ ਆ? ਵਟ ਡੂ ਯੂ ਅੰਡਰਸਟੈਂਡ ਬਾਏ ਨੇਚਰਲ ਵੈਜੀਟੇਸ਼ਨ। ਨੇਚਰਲ ਵੈਜੀਟੇਸ਼ਨ ਤੋਂ ਤੁਹਾਡਾ ਕੀ ਮਤਲਬ ਆ? ਕੀ ਹੁੰਦੀ ਆ ਨੇਚਰਲ ਵੈਜੀਟੇਸ਼ਨ? ਨੇਚਰਲ ਵੈਜੀਟੇਸ਼ਨ ਇਜ਼ ਦਾ ਪਲਾਂਟਸ, ਟਰੀਜ਼ ਐਂਡ ਹਰਬਸ that grow itself without the efforts of mankind। ਕੀ ਹੈ ਨੇਚਰਲ ਵੈਜੀਟੇਸ਼ਨ? ਅਜਿਹੇ ਰੁੱਖ ਪੌਦੇ ਜਿਹੜੇ ਬਿਨਾਂ ਸਾਡੀ ਦਖਲ ਅੰਦਾਜ਼ੀ ਦੇ, ਠੀਕ ਹੈ, ਮਨੁੱਖਾਂ ਦੀ ਦਖਲ ਅੰਦਾਜ਼ੀ ਦੇ ਬਿਨਾਂ ਆਪਣੇ ਆਪ ਉੱਗਦੇ ਨੇ। ਠੀਕ ਹੈ, ਉਹਨਾਂ ਨੂੰ ਆਪਾਂ ਕੀ ਕਹਿੰਦੇ ਆ? ਨੇਚਰਲ ਵੈਜੀਟੇਸ਼ਨ ਕਹਿੰਦੇ ਆ। ਠੀਕ ਹੈ, ਜਿਵੇਂ ਕਿ ਪਲਾਂਟਸ ਹੋ ਗਏ, ਵੱਡੇ ਵੱਡੇ ਜਿਹੜੇ ਰੁੱਖ ਪੇੜ ਪੌਦੇ ਹੁੰਦੇ ਆ, ਹੈ ਨਾ। ਹਰਬਸ ਮਤਲਬ ਜੜੀਆਂ ਬੂਟੀਆਂ ਜੋ ਨੇ ਉਹ ਸਭ ਕੁਝ ਇਸ ਦੇ ਵਿੱਚ ਸ਼ਾਮਿਲ ਹੁੰਦੀਆਂ ਨੇ। ਇਨ ਹਾਊ ਮੈਨੀ ਟਾਈਪਸ ਨੇਚਰਲ ਵੈਜੀਟੇਸ਼ਨ ਕੈਨ ਬੀ ਡਿਵਾਈਡਡ। ਜਿਹੜੀ ਨੇਚਰਲ ਵੈਜੀਟੇਸ਼ਨ ਆ ਉਸਨੂੰ ਆਪਾਂ ਕਿੰਨੇ ਪਾਰਟਸ ਦੇ ਵਿੱਚ, ਕਿੰਨੀਆਂ ਕਿਸਮਾਂ ਦੇ ਵਿੱਚ ਡਿਵਾਈਡ ਕਰ ਸਕਦੇ ਹਾਂ। ਠੀਕ ਹੈ, ਨੇਚਰਲ ਵੈਜੀਟੇਸ਼ਨ ਕੈਨ ਬੀ ਡਿਵਾਈਡਡ ਇਨਟੂ 3 ਮੇਜਰ ਟਾਈਪਸ। 3 ਟਾਈਪਸ ਦੇ ਵਿੱਚ ਆਪਾਂ ਨੇਚਰਲ ਵੈਜੀਟੇਸ਼ਨ ਨੂੰ ਡਿਵਾਈਡ ਕਰ ਸਕਦੇ ਹਾਂ। ਠੀਕ ਹੈ, ਹੁਣ ਕਿਹੜੇ 3 ਟਾਈਪਸ ਨੇ ਉਹ ਦੇਖ ਲੈਂਦੇ ਆਪਾਂ। आई थिंक ये मिस हो गया। ठीक है, इतने लिखना मिस हो गया। ठीक है, ਨੇਚਰਲ ਵੈਜੀਟੇਸ਼ਨ ਨੂੰ ਆਪਾਂ ਕਿਸ ਚੀਜ਼ ਵਿੱਚ ਡਿਵਾਈਡ ਕਰ ਸਕਦੇ ਹਾਂ। ਠੀਕ ਹੈ, ਇੱਕ ਤਾਂ ਆਪਾਂ ਗ੍ਰਾਸ ਦੇ ਵਿੱਚ ਡਿਵਾਈਡ ਕਰ ਸਕਦੇ ਹਾਂ। ਠੀਕ ਹੈ, ਤੁਸੀਂ ਆਪਣੇ ਆਪ ਲਿਖ ਲਓ, ਗ੍ਰਾਸ, ਪਲਾਂਟਸ ਐਂਡ ਹਰਬਸ। ਠੀਕ ਹੈ, ਹਰਬਸ, ਸ਼ਰਬਸ ਐਂਡ ਪਲਾਂਟਸ ਦੇ ਵਿੱਚ ਆਪਾਂ ਡਿਵਾਈਡ ਕਰ ਸਕਦੇ ਹਾਂ। ਠੀਕ ਹੈ, ਉਸ ਤੋਂ ਬਾਅਦ ਨੈਕਸਟ ਕੁਐਸਚਨ ਕੀ ਆਪਣਾ ਆ ਵੇਖ ਲਓ। ਠੀਕ ਹੈ, ਉਹੀ ਨੇ ਇਹ ਪੇੜ ਪੌਦੇ ਹੋ ਗਏ ਜਿਹੜੇ ਵੱਡੇ ਵੱਡੇ ਹੁੰਦੇ ਆ, ਇਹ ਛੋਟੀਆਂ ਇਹ ਜਿਹੜੇ ਨੇ ਗ੍ਰਾਸ ਹੋ ਗਏ। ਠੀਕ ਹੈ,
ਘਾਹ ਜਿਹੜੇ ਹੁੰਦੇ ਆ ਇਹ ਕਿਨੇ ਛੋਟੀਆਂ ਛੋਟੇ ਜਿਹੜੀਆਂ ਝਾੜੀਆਂ ਹੁੰਦੀਆਂ ਨੇ ਜਿਹਦੇ ਵਿੱਚ ਫਲਾਵਰਸ ਵਗੈਰਾ ਵੀ ਉੱਗ ਆਉਂਦੇ ਆ, ਇਹ ਨੇ ਸ਼ਰਬਸ। ਠੀਕ ਹੈ, ਇਸ ਤਰ੍ਹਾਂ ਆਪਾਂ ਇਹਨਾਂ ਵਿੱਚ ਡਿਵਾਈਡ ਕਰ ਸਕਦੇ ਹਾਂ ਆਪਣੇ ਨੈਚੁਰਲ ਵੈਜੀਟੇਸ਼ਨ ਨੂੰ। ਨੈਕਸਟ ਕੀ ਆ ਆਪਣਾ ਕੁਐਸਚਨ ਵਿੱਚ ਨੈਕਸਟ ਕੁਐਸਚਨ ਆਪਾਂ ਵੱਡਾ ਕਰਕੇ ਦੇਖ ਲੈਂਦੇ ਹਾਂ। ਠੀਕ ਹੈ, ਵਿਚ ਆਰ ਦਾ ਗੁड्स ਵੀ ਗੈਟ ਫਰੋਮ। ਠੀਕ ਹੈ, ਵਿਚ ਆਰ ਦਾ ਗੁड्स ਵੀ ਗੈਟ ਫਰੋਮ ਫੋਰੈਸਟਸ। ਠੀਕ ਹੈ, ਉਹ ਕਿਹੜੇ ਗੁड्स ਨੇ ਜਿਹੜੇ ਆਪਾਂ ਫੋਰੈਸਟ ਤੋਂ ਪ੍ਰਾਪਤ ਕਰਦੇ ਹਾਂ। ਠੀਕ ਹੈ, ਸਾਨੂੰ ਪੇੜ ਤੋਂ ਕਿਹੜੇ ਕਿਹੜੇ ਗੁड्स ਮਿਲਦੇ ਆ ਇਹਦੇ ਬਾਰੇ ਦੱਸਣਾ ਆਪਾਂ। ਠੀਕ ਹੈ, ਹੁਣ ਕਿਹੜੇ ਕਿਹੜੇ ਰੁੱਖ ਮਿਲਦੇ ਆ ਅਸੀਂ ਦੇਖ ਲੈਂਦੇ ਹਾਂ। ਇੱਕ ਮਿੰਟ, ਹਾਂਜੀ। ਵੀ ਗੈਟ ਵੁੱਡ, ਬੈਂਬੂਜ਼, ਗ੍ਰਾਸ ਫॉर पेपर मेकिंग, रेजिन, bark for leather coloring, medicinal plants and bushes from forest। ਫੋਰੈਸਟ ਤੋਂ ਸਾਨੂੰ ਇਹ ਚੀਜ਼ਾਂ ਮਿਲਦੀਆਂ ਨੇ। ਠੀਕ ਹੈ, ਵੁੱਡਸ ਮਿਲਦੇ ਆ, ਬੈਂਬੂਜ਼ ਮਿਲਦੇ ਆ, ਗ੍ਰਾਸ ਮਿਲਦੇ ਆ ਕਾਹਦੇ ਲਈ, ਪੇਪਰ ਬਣਾਉਣ ਦੇ ਲਈ। ਠੀਕ ਹੈ, ਰੇਜ਼ਿਨ ਮਿਲਦੇ ਆ, ਬਾਕ ਫॉर ਫੈਦਰ ਕਲਰਿੰਗ, ਲੈਦਰ ਨੂੰ ਕਲਰ ਕਰਨ ਦੇ ਲਈ ਬਾਕ ਮਿਲਦਾ ਆ। ਮੈਡੀਸਿਨਲ ਪਲਾਂਟਸ ਦਵਾਈਆਂ ਦੇ ਵਿੱਚ ਜਿਹੜੇ ਪੇੜ ਪੌਦੇ ਯੂਜ਼ ਕਰਦੇ ਆ ਜਿਹਨੂੰ ਆਪਾਂ ਜੜੀਆਂ ਬੂਟੀਆਂ ਵੀ ਕਹਿੰਦੇ ਆ, ਉਹ ਮਿਲਦੇ ਆ। ਬੁਸ਼ਿਸ ਮਿਲਦੇ ਆ, ਝਾੜੀਆਂ ਵਗੈਰਾ ਹੈ ਨਾ, ਇਹ ਸਭ ਕੁਝ ਸਾਨੂੰ ਕਿਤੋਂ ਮਿਲਦੇ ਆ, ਪਲਾਂਟਸ ਤੋਂ ਮਿਲਦੇ ਆ, ਫੋਰੈਸਟ ਤੋਂ ਮਿਲਦੇ ਆ, ਜਿਵੇਂ ਕਿ ਇੱਥੇ ਪਿਕ ਦੇ ਵਿੱਚ ਵੀ ਦਿਖਾਏ ਗਏ। ਹੁਣ ਮੈਂ ਤੁਹਾਨੂੰ ਜਲਦੀ ਜਲਦੀ ਇਸ ਲਈ ਸਪੀਡ ਦੇ ਵਿੱਚ ਬਣਾ ਰਹੀ ਹਾਂ, ਦੱਸ ਰਹੀ ਹਾਂ ਕਿਉਂਕਿ ਇਹ ਵੀਡੀਓ ਬਹੁਤ ਲੰਬੀ ਹੋ ਰਹੀ ਹੈ ਅਤੇ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੀ ਹਾਂ, ਇਸ ਲਈ ਆਪਾਂ ਥੋੜ੍ਹਾ ਸਪੀਡ ਦੇ ਵਿੱਚ ਚੱਲ ਰਹੇ ਹਾਂ। ਠੀਕ ਹੈ, ਨੈਕਸਟ ਕੁਐਸਚਨ ਕੀ ਆਪਣਾ, ਹਾਊ ਡੂ ਦਾ ਫੋਰੈਸਟ ਹੈਲਪ ਅਸ ਇਨਡਾਇਰੈਕਟਲੀ। ਇਨਡਾਇਰੈਕਟਲੀ ਜਿਹੜੇ ਪੇੜ ਪੌਦੇ ਨੇ ਸਾਡੀ ਕਿਸ ਤਰ੍ਹਾਂ ਹੈਲਪ ਕਰਦੇ ਨੇ। ਫੋਰੈਸਟ ਅਬਜ਼ਰਵ ਕਾਰਬਨ ਡਾਈਆਕਸਾਈਡ ਐਂਡ ਰਿਲੀਜ਼ ਆਕਸੀਜਨ। ਜਿਵੇਂ ਵੀ ਦੱਸਿਆ ਸੀ ਮੈਂ ਤੁਹਾਨੂੰ ਵੀ ਕਿ ਕੀ ਕਰਦੇ ਆ, ਜਿਹੜੇ ਪੇੜ ਪੌਦੇ ਹੁੰਦੇ ਆ ਆਕਸੀਜਨ ਛੱਡਦੇ ਆ ਜੋ ਸਾਡੇ ਲਈ ਯੂਜ਼ਫੁਲ ਹੁੰਦਾ, ਅਤੇ ਆਪਾਂ ਜਿਹੜਾ ਕਾਰਬਨ ਡਾਈਆਕਸਾਈਡ ਛੱਡਦੇ ਆ ਜੋ ਕਿ ਹਾਨੀਕਾਰਕ ਹੁੰਦਾ ਉਸਨੂੰ ਆਬਜ਼ਰਵ ਕਰ ਲੈਂਦੇ ਆ ਕੌਣ, ਰੁੱਖ ਪੌਦੇ। ਠੀਕ ਹੈ, ਇਸ ਤਰ੍ਹਾਂ ਕਾਰਬਨ ਡਾਈਆਕਸਾਈਡ ਨੂੰ ਆਬਜ਼ਰਵ ਕਰਦੇ ਆ ਅਤੇ ਰਿਲੀਜ਼ ਕਰਦੇ ਆ ਆਕਸੀਜਨ ਨੂੰ। ਨੈਕਸਟ ਪੁਆਇੰਟ ਇਜ਼ these help in rainfall and check the temperature rise। ਇਹ ਕੀ ਕਰਦੇ ਆ, ਰੇਨਫਾਲ ਨੂੰ ਹੈਲਪ ਕਰਦੇ ਆ, ਰੇਨਫਾਲ ਹੋਣ ਦੇ ਵਿੱਚ ਹੈਲਪ ਕਰਦੇ ਆ, ਬਾਰਿਸ਼ ਲਿਆਉਣ ਦੇ ਵਿੱਚ ਹੈਲਪ ਕਰਦੇ ਨੇ। ਅਤੇ ਜਿਹੜਾ ਟੈਂਪਰੇਚਰ ਦਾ ਰਾਈਜ਼ ਆ, ਠੀਕ ਹੈ, ਟੈਂਪਰੇਚਰ ਮਤਲਬ ਗਰਮੀ ਦਾ ਵਧਣਾ ਹੈ, ਤਾਪਮਾਨ ਦਾ ਵਧਣਾ, ਉਹਨੂੰ ਕੀ ਕਰਦੇ ਆ, ਰੋਕਦੇ ਆ। ਠੀਕ ਹੈ, ਕੰਟਰੋਲ ਕਰਦੇ ਨੇ। these check floods and soil erosion। ਇਹ ਕੀ ਕਰਦੇ ਆ, ਜਿਹੜਾ ਸੋਇਲ ਇਰੋਜ਼ਨ ਆ ਮਤਲਬ ਮਿੱਟੀ ਖੁਰ ਜਾਂਦੀ ਆ ਨਾ, ਉਪਜਾਊ ਮਿੱਟੀ ਜਿਹੜੀ ਖੁਰ ਜਾਂਦੀ ਆ ਉਹਨੂੰ ਰੋਕਦੇ ਨੇ, ਅਤੇ ਫਲੱਡਸ ਨੂੰ ਵੀ ਰੋਕਦੇ ਨੇ। ਹੜ੍ਹ ਆਉਣ ਦੇ ਵਿੱਚ ਵੀ ਇਹ ਕੀ ਕਰਦੇ ਆ, ਉਸ ਨੂੰ ਰੋਕਦੇ ਨੇ ਹੜ੍ਹ ਆਉਣ ਦੇ ਵਿੱਚ। ਨੈਕਸਟ ਪੁਆਇੰਟ ਇਜ਼ these provides habitat to birds and animals। ਇਹ ਕੀ ਕਰਦੇ ਆ, ਐਨੀਮਲਸ ਨੂੰ ਹੈਬਿਟਲ ਪ੍ਰਦਾਨ ਕਰਦੇ ਆ, ਰਹਿਣ ਲਈ ਥਾਂ ਦਿੰਦੇ ਆ। ਠੀਕ ਹੈ, ਫਲੱਡਸ ਨੂੰ ਰੋਕਦੇ ਨੇ, ਮਿੱਟੀ ਨੂੰ ਪੋਖ ਹੋਣ ਨੂੰ ਰੋਕਦੇ ਨੇ, ਬਾਰਿਸ਼ ਲਿਆਉਣ ਦੇ ਵਿੱਚ ਹੈਲਪ ਕਰਦੇ ਨੇ। ਠੀਕ ਹੈ, ਇਹ ਸਭ ਕੁਝ ਕਰਦੇ ਨੇ ਕਿ ਇਨਡਾਇਰੈਕਟਲੀ ਪੇੜ ਪੌਦੇ। ਠੀਕ ਹੈ, ਨੈਕਸਟ ਕੁਐਸਚਨ ਕੀ ਆ, ਵਟ ਵਿਲ ਬੀ ਦਾ ਨੈਕਸਟ ਕੁਐਸਚਨ ਆ ਵਟ ਵਿਲ ਬੀ ਦਾ ਇਫੈਕਟ ਆਫ ਡੀਫੋਰੈਸਟੇਸ਼ਨ। ਡੀਫੋਰੈਸਟੇਸ਼ਨ ਦਾ ਇਫੈਕਟ ਕੀ ਹੋਏਗਾ। ਡੀਫੋਰੈਸਟੇਸ਼ਨ ਮਤਲਬ ਜਿਹੜਾ ਆਪਾਂ ਪੇੜ ਨੂੰ ਕੱਟਦੇ ਪਏ ਹਾਂ ਉਹਦਾ ਕੀ ਪ੍ਰਭਾਵ ਪਏਗਾ। the amount of carbon dioxide will increase, it will result in increased temperature। ਕਾਰਬਨ ਡਾਈਆਕਸਾਈਡ ਕੀ ਹੋਏਗਾ, ਵੱਧ ਜਾਏਗਾ। ਠੀਕ ਹੈ, ਜੇ ਆਪਾਂ ਪੇੜ ਕੱਟ ਦਾਂਗੇ ਤਾਂ ਕਾਰਬਨ ਡਾਈਆਕਸਾਈਡ ਵੱਧ ਜਾਏਗਾ ਕਿਉਂਕਿ ਪੇੜ ਪੌਦੇ ਹੋਣਗੇ ਨਹੀਂ ਕਾਰਬਨ ਡਾਈਆਕਸਾਈਡ ਨੂੰ ਆਬਜ਼ਰਵ ਕਰਨ ਦੇ ਲਈ, ਉਹ ਸਾਡੇ ਵਾਤਾਵਰਣ ਦੇ ਵਿੱਚ ਹੀ ਰਹੇਗਾ। ਠੀਕ ਹੈ, ਇਸ ਤਰ੍ਹਾਂ ਕੀ ਹੋਏਗਾ, ਟੈਂਪਰੇਚਰ ਵੱਧ ਜਾਏਗਾ ਕਿਉਂਕਿ ਜਿਹੜੀ ਕਾਰਬਨ ਡਾਈਆਕਸਾਈਡ ਗੈਸ ਹੈ ਇਹ ਗਰਮੀ ਵਧਾਉਣ ਦੇ ਵਿੱਚ ਹੈਲਪ ਕਰਦੀ ਹੈ। ਅਤੇ ਇਸ ਤਰ੍ਹਾਂ ਜਿੰਨੀ ਜ਼ਿਆਦਾ ਕਾਰਬਨ ਡਾਈਆਕਸਾਈਡ ਸਾਡੇ ਵਾਤਾਵਰਣ ਦੇ ਵਿੱਚ ਹੋਏਗੀ ਟੈਂਪਰੇਚਰ ਉਨਾ ਹੀ ਜ਼ਿਆਦਾ ਇਨਕਰੀਜ਼ ਹੋ ਜਾਏਗਾ। ਠੀਕ ਹੈ, ਉਸ ਤੋਂ ਬਾਅਦ ਦੇਅਰ ਵਿਲ ਬੀ ਮੋਰ ਫਲੱਡਸ ਐਂਡ ਸੋਇਲ ਇਰੋਜ਼ਨ। ਬਹੁਤ ਜ਼ਿਆਦਾ ਫਲੱਡਸ, ਹੜ੍ਹ ਬਹੁਤ ਜ਼ਿਆਦਾ ਆਉਣੇ ਸ਼ੁਰੂ ਹੋ ਜਾਣਗੇ। ਠੀਕ ਹੈ, ਅਤੇ ਬਹੁਤ ਜ਼ਿਆਦਾ ਮਿੱਟੀ ਖੁਰਨੀ ਸ਼ੁਰੂ ਹੋ ਜਾਏਗੀ। ਠੀਕ ਹੈ, ਜਾਂ ਪਾਣੀ ਦੀ ਘਾਟ ਕਾਰਨ ਇਸ ਤਰ੍ਹਾਂ ਦਾ ਹੋ ਜਾਏਗਾ, ਸੋਕੇ ਦੀ ਸਿਚੁਏਸ਼ਨ ਹੋ ਜਾਏਗੀ। ਠੀਕ ਹੈ, ਉਸ ਤੋਂ ਬਾਅਦ ਦੇਅਰ ਵਿਲ ਬੀ ਲੈਸ ਰੇਨਫਾਲ ਐਂਡ ਹੋਲ ਵਰਲਡ ਵੁੱਡ ਟਰਨ ਇਨਟੂ ਡੇਜ਼ਰਟ। ਬਾਰਿਸ਼ ਘੱਟ ਹੋਏਗੀ ਅਤੇ ਇਸ ਤਰ੍ਹਾਂ ਕੀ ਹੋਏਗਾ, ਸਾਰੀ ਦੀ ਬਹੁਤ ਜ਼ਿਆਦਾ ਏਰੀਆ ਕੀ ਹੈ ਜਾਂ ਪੂਰੀ ਦੁਨੀਆ ਕਿਸ ਦੇ ਵਿੱਚ ਚੇਂਜ ਹੋ ਜਾਏਗੀ, ਡੇਜ਼ਰਟ ਦੇ ਵਿੱਚ, ਇਸ ਤਰ੍ਹਾਂ ਦੇ ਇਲਾਕੇ ਦੇ ਵਿੱਚ ਚੇਂਜ ਹੋ ਜਾਏਗੀ। ਠੀਕ ਹੈ, ਜੇ ਆਪਾਂ ਕੀ ਕਰਾਂਗੇ, ਫੋਰੈਸਟੇਸ਼ਨ ਕਰਾਂਗੇ, ਰੁੱਖਾਂ ਨੂੰ ਕੱਟਾਂਗੇ ਤਾਂ। ਠੀਕ ਹੈ, ਨੈਕਸਟ ਕੁਐਸਚਨ ਆਪਾਂ ਦੇਖਦੇ ਹਾਂ, ਹਾਊ ਮੈਨ ਇਜ਼ ਡਿਸਟਰਬਿੰਗ ਦਾ ਇਕੋਲੋਜੀਕਲ ਬੈਲੈਂਸ। ਆਪਾਂ ਇਕੋਲੋਜੀਕਲ ਬੈਲੈਂਸ ਨੂੰ ਕਿਸ ਤਰ੍ਹਾਂ ਡਿਸਟਰਬ ਕਰ ਰਹੇ ਹਾਂ। ਠੀਕ ਹੈ, ਜਿਹੜੀ ਸਾਡੀ ਡਿਪੈਂਡੈਂਸੀ ਹੈ ਇੱਕ ਦੂਜੇ 'ਤੇ, ਮਨੁੱਖਾਂ ਦੀ, ਐਨੀਮਲਸ 'ਤੇ, ਨੇਚਰਸ 'ਤੇ, ਹੈ ਨਾ, ਉਹ ਕਿਸ ਤਰ੍ਹਾਂ ਆਪਾਂ ਖ਼ਰਾਬ ਕਰਦੇ ਪਏ ਹਾਂ। ਮੈਨ ਇਜ਼ ਡਿਸਟਰਬਿੰਗ ਦਾ ਇਕੋਲੋਜੀਕਲ ਬੈਲੈਂਸ ਬਾਈ ਕਟਿੰਗ ਦਾ ਫੋਰੈਸਟ ਫॉर ਐਗਰੀਕਲਚਰ ਲੈਂਡ। ਠੀਕ ਹੈ, ਆਪਾਂ ਕਿਸ ਤਰ੍ਹਾਂ ਡਿਸਟਰਬ ਕਰ ਰਹੇ ਹਾਂ, ਆਪਾਂ ਕਰ ਰਹੇ ਹਾਂ ਡਿਸਟਰਬ ਇਸ ਤਰ੍ਹਾਂ ਕਿ ਆਪਾਂ ਕੀ ਕਰਦੇ ਹਾਂ, ਐਗਰੀਕਲਚਰ ਦੇ ਲਈ ਪੇੜ ਪੌਦੇ ਕੱਟਦੇ ਜਾ ਰਹੇ ਹਾਂ। ਠੀਕ ਹੈ, ਬਿਨਾਂ ਸੋਚੇ ਸਮਝੇ ਆਪਾਂ ਪੇੜ ਪੌਦੇ ਕੱਟ ਰਹੇ ਹਾਂ ਐਗਰੀਕਲਚਰ ਦੇ ਲਈ।
ਹੀ ਇਜ਼ ਆਲਸੋ ਹੰਟਿੰਗ ਵਾਈਲਡ ਐਨੀਮਲਸ। ਆਪਾਂ ਐਨੀਮਲਸ ਦਾ ਸ਼ਿਕਾਰ ਵੀ ਕਰਦੇ ਪਏ ਹਾਂ, ਠੀਕ ਹੈ। ਜਿਵੇਂ ਕਿ ਹਾਥੀ ਦੇ ਦੰਦ ਪ੍ਰਾਪਤ ਕਰਨ ਲਈ ਆਪਾਂ ਕੀ ਕਰਦੇ ਹਾਂ, ਹਾਥੀ ਨੂੰ ਮਾਰ ਦਿੰਦੇ ਹਾਂ, ਜਾਂ ਸ਼ੇਰ ਚੀਤੇ ਦੀ ਜਿਹੜੀ ਸਕਿਨ ਪ੍ਰਾਪਤ ਕਰਨ ਲਈ ਆਪਾਂ ਉਹਨਾਂ ਦਾ ਸ਼ਿਕਾਰ ਕਰਦੇ ਹਾਂ, ਠੀਕ ਹੈ। ਇਸ ਤਰ੍ਹਾਂ ਆਪਾਂ ਕੀ ਕਰਦੇ ਹਾਂ, ਵਾਈਲਡ ਐਨੀਮਲਸ ਦਾ ਸ਼ਿਕਾਰ ਕਰਦੇ ਹਾਂ ਫॉर द ਸੇਕ ਆਫ ਮੀਟ ਐਂਡ ਲੇਦਰ, ਠੀਕ ਹੈ। ਇਸ ਤੋਂ ਇਲਾਵਾ ਆਪਾਂ ਮੀਟ ਦੇ ਲਈ ਵੀ ਲੋਕੀ ਕੀ ਅਲੱਗ-ਅਲੱਗ ਟਾਈਪਸ ਦੇ ਐਨੀਮਲਸ ਨੂੰ ਖਾਂਦੇ ਆ, ਠੀਕ ਹੈ। ਜਿਵੇਂ ਕਿ ਕਈ ਲੋਕ ਪਿਗਸ ਨੂੰ ਖਾਂਦੇ ਆ, ਕਈ ਐਨੀਮਲਸ ਕਈ ਡੌਗਸ ਨੂੰ ਖਾਂਦੇ ਨੇ, ਹੈ ਨਾ। ਇਸ ਤਰ੍ਹਾਂ ਅਲੱਗ-ਅਲੱਗ ਐਨੀਮਲਸ ਨੂੰ ਲੋਕੀ ਖਾਂਦੇ ਨੇ, ਠੀਕ ਹੈ। ਇਸ ਲਈ ਆਪਾਂ ਉਹਨਾਂ ਦਾ ਸ਼ਿਕਾਰ ਕਰਦੇ ਪਏ ਹਾਂ। ਇਸ ਤਰ੍ਹਾਂ ਆਪਾਂ ਕੀ ਕਰ ਰਹੇ ਹਾਂ, ਇੱਕ ਪਾਸੇ ਆਪਾਂ ਪੇੜ ਨੂੰ ਕੱਟ ਰਹੇ ਹਾਂ, ਦੂਸਰੇ ਪਾਸੇ ਆਪਾਂ ਐਨੀਮਲਸ ਦਾ ਸ਼ਿਕਾਰ ਕਰਦੇ ਪਏ ਹਾਂ, ਹੈ ਨਾ। ਇਸ ਤਰ੍ਹਾਂ ਆਪਾਂ ਪਰਿਸਥਿਤੀ ਦੇ ਸੰਤੁਲਨ ਨੂੰ ਵਿਗਾੜਦੇ ਪਏ ਹਾਂ, ਠੀਕ ਹੈ। ਨੈਕਸਟ ਕੁਐਸਚਨ ਆਪਾਂ ਦੇਖਦੇ ਹਾਂ। ਹੁਣ ਆਪਾਂ ਇਹਨੂੰ 50 to 60 ਵਰਡਸ ਦੇ ਵਿੱਚ ਆਨਸਰ ਦੇਣਾ ਹੈ, ਠੀਕ ਹੈ। ਵਿਚ ਆਰ ਦਾ ਫੋਰੈਸਟ ਦੈਟ ਆਰ ਇਕੋਲੋਜੀਕਲੀ ਇਕਨੋਮਿਕਲੀ ਯੂਜ਼ਫੁਲ ਐਕਸਪਲੇਨ, ਠੀਕ ਹੈ। ਉਹ ਕਿਹੜੇ ਫੋਰੈਸਟ ਨੇ, ਉਹ ਕਿਹੜੇ ਜੰਗਲ ਨੇ ਜਿਹੜੇ ਇਕਨੋਮਿਕਲੀ, ਠੀਕ ਹੈ, ਉਹ ਸਾਡੇ ਲਈ ਬਹੁਤ ਜ਼ਿਆਦਾ ਯੂਜ਼ਫੁਲ ਨੇ, ਲਾਭਦਾਇਕ ਨੇ। ਇਕਨੋਮਿਕਲੀ ਮਤਲਬ ਜਿਹੜੇ ਸਾਨੂੰ ਵੱਧ ਤੋਂ ਵੱਧ ਲਾਭ ਦਿੰਦੇ ਆ, ਠੀਕ ਹੈ, ਪੈਸਿਆਂ ਦੇ ਤੌਰ 'ਤੇ ਵੀ ਵੱਧ ਲਾਭ ਦਿੰਦੇ ਆ, ਠੀਕ ਹੈ। ਦਾ ਕੋਨੀਫਰਸ, ਠੀਕ ਹੈ। ਕੋਨੀਫਰਸ ਮਤਲਬ ਕੋਨੀਕਲ, ਜਿਨ੍ਹਾਂ ਦੇ ਪੱਤੇ ਕੀ ਨੇ, ਤਿੱਖੇ ਹੁੰਦੇ ਆ, ਠੀਕ ਹੈ, ਤਿਕੋਣੀ ਟਾਈਪ ਦੇ ਹੁੰਦੇ ਆ। ਆਰ ਦਾ ਮੋਸਟ ਇੰਪੋਰਟੈਂਟ ਐਂਡ ਪ੍ਰੀਸ਼ੀਅਸ ਫੋਰੈਸਟ, ਕੀ ਨੇ, ਸਭ ਤੋਂ ਜ਼ਿਆਦਾ ਇੰਪੋਰਟੈਂਟ ਅਤੇ ਕੀਮਤੀ ਨੇ। ਸੌਫਟ ਵੁੱਡ ਆਫ ਚੀਰ ਐਗਜ਼ਾਮਪਲ ਦਿੱਤੀਆਂ ਨੇ ਹੁਣ ਕਾਹਦੀਆਂ, ਜਿਹੜੇ ਕੋਨੀਕਲ ਫੋਰੈਸਟ ਹੁੰਦੇ ਨੇ ਉਸ ਦੀਆਂ ਐਗਜ਼ਾਮਪਲਸ ਕਿਹੜੇ ਨੇ, ਚੀਰ ਹੋ ਗਿਆ, ਫਰ ਹੋ ਗਿਆ, ਐਂਡ ਸਪਰੂਸ ਟਰੀਜ਼ ਇਜ਼ ਯੂਜ਼ ਫॉर ਪੇਪਰ ਮੇਕਿੰਗ, ਠੀਕ ਹੈ। ਇਹ ਕੀ ਹੈ, ਇਹ ਜਿਹੜੇ ਪੇੜ ਪੌਦੇ ਨੇ ਤਿੰਨੇ, ਚੀਰ, ਫਰ ਐਂਡ ਸਪਰੂਸ, ਇਹਨਾਂ ਦੇ ਜਿਹੜੀ ਲੱਕੜ ਹੁੰਦੀ ਹੈ ਬਹੁਤ ਸੌਫਟ ਹੁੰਦੀ ਹੈ, ਅਤੇ ਆਪਾਂ ਇਹਨਾਂ ਨੂੰ ਯੂਜ਼ ਕਰਦੇ ਹਾਂ ਪੇਪਰ ਮੇਕਿੰਗ ਦੇ ਵਿੱਚ, ਠੀਕ ਹੈ। ਇਸ ਤਰ੍ਹਾਂ ਇਹ ਬਹੁਤ ਜ਼ਿਆਦਾ ਕੀਮਤੀ ਨੇ। ਨੈਕਸਟ ਕੁਐਸਚਨ ਹੈ ਆਪਣਾ, ਵਾਈ ਦਾ ਮੌਨਸੂਨ ਫੋਰੈਸਟ ਆਰ ਕੋਲਡ ਦਾ ਡੈਸੀਡੂਅਸ ਫੋਰੈਸਟ। ਮੌਨਸੂਨ ਫੋਰੈਸਟ ਨੂੰ ਆਪਾਂ ਡੈਸੀਡੂਅਸ ਫੋਰੈਸਟ ਕਿਉਂ ਕਹਿੰਦੇ ਆ। ਡੈਸੀਡੂਅਸ ਫੋਰੈਸਟ ਮਤਲਬ, ਡੈਸੀਡੂਅਸ ਦਾ ਮਤਲਬ ਹੁੰਦਾ ਪਤਝੜੀ, ਠੀਕ ਹੈ, ਅਤੇ ਮੌਨਸੂਨ ਦਾ ਮਤਲਬ ਹੁੰਦਾ ਮੌਨਸੂਨ ਫੋਰੈਸਟ ਮਤਲਬ ਅਜਿਹੇ ਫੋਰੈਸਟ ਜਿਹੜੇ ਬਾਰਿਸ਼ ਦੇ ਸੀਜ਼ਨ ਵਿੱਚ ਹੁੰਦੇ ਆ, ਠੀਕ ਹੈ। ਦਾ ਮੌਨਸੂਨ ਫੋਰੈਸਟ ਆਰ ਫਾਊਂਡ ਇਨ ਦਾ ਰੀਜਨ ਵੇਅਰ ਰੇਨ ਇਜ਼ ਮੋਸਟਲੀ ਕਨਫਾਈਨਡ ਟੂ ਵਨ ਸੀਜ਼ਨ। ਇਹ ਇਸ ਤਰ੍ਹਾਂ ਦੇ ਏਰੀਆਜ਼ ਵਿੱਚ ਹੁੰਦੇ ਆ ਜਿੱਥੇ ਜਿਹੜੀ ਰੇਨਫੋਲ ਆ ਕਿਸੇ ਇੱਕ ਸੀਜ਼ਨ ਦੇ ਵਿੱਚ ਹੋਣੀ ਹੁੰਦੀ ਆ, ਠੀਕ ਹੈ। ਇਨ ਆਟਮ ਵੈਨ ਦੇਰ ਇਜ਼ ਨੋ ਰੇਨਫੋਲ ਦੀਜ਼ ਟਰੀਜ਼ ਸ਼ੈਡ ਦੇਅਰ ਲੀਵਸ, ਠੀਕ ਹੈ। ਅਤੇ ਜਦੋਂ ਕੀ ਹੁੰਦਾ ਆ, ਆਟਮ ਦਾ, ਪਤਝੜ ਦਾ ਮੌਸਮ ਹੁੰਦਾ, ਇਹ ਕੀ ਕਰਦੇ ਆ, ਆਪਣੇ ਸਾਰੇ ਪੱਤੇ ਝਾੜ ਦਿੰਦੇ ਆ। ਕਿਉਂਕਿ ਬਾਰਿਸ਼ ਤਾਂ ਹੁੰਦੀ ਨਹੀਂ, ਅਤੇ ਜਦ ਬਾਰਿਸ਼ ਨਹੀਂ ਹੁੰਦੀ ਹੈ ਸਾਰੇ ਪੱਤੇ ਆਪਣੇ ਝਾੜ ਦਿੰਦੇ ਆ, ਠੀਕ ਹੈ। ਦੈਟ ਇਜ਼ ਵਾਈ ਦੀਜ਼ ਫੋਰੈਸਟਸ ਆਰ ਕੋਲਡ ਡੈਸੀਡੂਅਸ ਫੋਰੈਸਟ। ਇਸ ਲਈ ਆਪਾਂ ਕੀ ਕਹਿੰਦੇ ਹਾਂ, ਇਹਨੂੰ ਡੈਸੀਡੂਅਸ ਫੋਰੈਸਟ ਕਹਿੰਦੇ ਆ। ਕਿਉਂਕਿ ਇਹ ਸਾਰੇ ਪੱਤੇ ਝਾੜ ਦਿੰਦੇ ਆ ਇੱਕ ਪਰਟੀਕੂਲਰ ਮੌਸਮ ਦੇ ਵਿੱਚ, ਜਿਹਨੂੰ ਆਪਾਂ ਪਤਝੜ ਕਹਿੰਦੇ ਆ, ਠੀਕ ਹੈ, ਕਿਉਂਕਿ ਉਸ ਟਾਈਮ 'ਤੇ ਬਾਰਿਸ਼ ਨਹੀਂ ਹੁੰਦੀ, ਠੀਕ ਹੈ। ਨੈਕਸਟ ਕੁਐਸਚਨ ਹੈ, ਆ ਵੇਖੋ, ਇਹ ਕੀ ਆ, ਡੈਸੀਡੂਅਸ ਫੋਰੈਸਟ, ਤੇ ਕੋਨੀਕਲ ਕੀ ਨੇ, ਕੋਨੀਕਲ ਫੋਰੈਸਟ ਨੇ, ਠੀਕ ਹੈ। ਇਹਨਾਂ ਦੇ ਪੱਤੇ ਆ ਦੇਖੋ ਉੱਪਰੋਂ ਦੀ ਕਿਸ ਤਰ੍ਹਾਂ ਦੇ ਤਿੱਖੇ ਨੇ, ਠੀਕ ਹੈ। ਹੁਣ ਇਮੇਜ ਦੇ ਵਿੱਚ ਇੰਨਾ ਕਲੀਅਰ ਨਹੀਂ ਹੋ ਰਿਹਾ ਹੋਣਾ, ਬਟ ਇਹਨਾਂ ਦੇ ਪੱਤੇ ਜਿਹੜੇ ਹੁੰਦੇ ਆ ਬਹੁਤ ਕਲੀਅਰ ਹੁੰਦੇ, ਤਿੱਖੇ ਹੁੰਦੇ ਆ, ਤਿਕੋਣ ਟਾਈਪ ਦੇ, ਹੈ ਨਾ। ਹੁਣ ਸ਼ਾਇਦ ਤੁਹਾਨੂੰ ਦਿਖ ਰਿਹਾ ਹੋਣਾ, ਤਿਕੋਣਾ ਟਾਈਪ, ਹੈ ਨਾ, ਇਸ ਤਰ੍ਹਾਂ ਦੇ ਹੁੰਦੇ ਆ। ਚਲੋ ਨੈਕਸਟ ਆਪਾਂ ਦੇਖ ਲੈਂਦੇ ਹਾਂ। ਨੈਕਸਟ ਕੁਐਸਚਨ ਇਜ਼ ਰਾਈਟ ਅਬਾਊਟ ਦਾ ਟੈਂਪਰੇਚਰ। ਇੱਕ ਮਿੰਟ, ਦਿਖ ਨਹੀਂ ਰਿਹਾ, ਹੈ ਨਾ, ਥੋੜਾ ਇਨਕਰੀਜ਼ ਕਰਦੇ ਹਾਂ ਸਾਈਜ਼। ਰਾਈਟ ਅਬਾਊਟ ਦਾ ਟੈਂਪਰੇਟ ਗ੍ਰਾਸਲੈਂਡ, ਕਹਿੰਦੇ ਟੈਂਪਰੇਟ ਗ੍ਰਾਸਲੈਂਡ ਦੇ ਬਾਰੇ ਦੱਸੋ। ਟੈਂਪਰੇਟ ਗ੍ਰਾਸਲੈਂਡ ਕੀ ਹੁੰਦਾ ਆ, ਟੈਂਪਰੇਟ ਗ੍ਰਾਸਲੈਂਡਸ ਆਰ ਫਾਊਂਡ ਇਨ ਟੈਂਪਰੇਟ ਜ਼ੋਨ। ਜਿਹੜੇ ਟੈਂਪਰੇਟ ਗ੍ਰਾਸਲੈਂਡ ਹੁੰਦੇ ਆ ਉਹ ਟੈਂਪਰੇਟ ਜ਼ੋਨ ਦੇ ਵਿੱਚ ਮਿਲਦੇ ਆ। ਹੁਣ ਟੈਂਪਰੇਟ ਜ਼ੋਨ ਕਿਹੜਾ ਹੁੰਦਾ, ਜਿਹੜਾ ਮੈਂ ਦੱਸਿਆ ਸੀ ਤੁਹਾਨੂੰ, ਸ਼ੀਤ ਉਸ਼ਣ ਘਾਹ ਦੇ ਮੈਂ ਤੁਹਾਨੂੰ ਜਦ ਦੱਸ ਰਹੀ ਸੀ ਉਦੋਂ ਦੱਸਿਆ ਸੀ, ਉਹੀ ਜ਼ੋਨ ਹੁੰਦਾ। ਬਿਕੋਜ਼ ਆਫ ਲੋ ਰੇਨਫੋਲ ਦਾ ਗ੍ਰਾਸ ਇਜ਼ ਨੋਟ ਵੈਰੀ ਹਾਈ ਬਟ ਇਟ ਇਜ਼ ਸੌਫਟ ਐਂਡ ਡੈਂਸਲੀ ਗਰੋਨ, ਠੀਕ ਹੈ। ਕਿਉਂਕਿ ਇੱਥੇ ਬਾਰਿਸ਼ ਬਹੁਤ ਜ਼ਿਆਦਾ ਨਹੀਂ ਹੁੰਦੀ, ਇਸ ਲਈ ਕੀ ਹੁੰਦਾ ਆ, ਇੱਥੇ ਬਾਰਿਸ਼ ਜ਼ਿਆਦਾ ਨਾ ਹੋਣ ਕਾਰਨ ਇਹ ਜਿਹੜੇ ਨੇ ਬਹੁਤ ਜ਼ਿਆਦਾ ਉੱਚੇ ਨਹੀਂ ਹੁੰਦੇ, ਮਤਲਬ ਇਹਨਾਂ ਦੀ ਹਾਈਟ ਬਹੁਤ ਜ਼ਿਆਦਾ ਨਹੀਂ ਹੁੰਦੀ, ਠੀਕ ਹੈ। ਬਟ ਕੀ ਨੇ, ਇਹ ਬਹੁਤ ਜ਼ਿਆਦਾ ਡੈਂਸ ਹੁੰਦੇ ਆ, ਨੇੜੇ ਨੇੜੇ ਹੁੰਦੇ ਆ, ਬਹੁਤ ਜ਼ਿਆਦਾ ਨੇੜੇ ਨੇੜੇ, ਠੀਕ ਹੈ, ਠੀਕ ਹੈ, ਬਹੁਤ ਜ਼ਿਆਦਾ ਨੇੜੇ ਹੁੰਦੇ ਆ ਅਤੇ ਬਹੁਤ ਸੌਫਟ ਹੁੰਦੇ ਨੇ। ਇਸ ਲਈ ਕੀ ਹੈ, ਇਹ ਜਿਹੜੇ ਐਨੀਮਲਸ ਦੀ ਗ੍ਰੇਜ਼ਿੰਗ ਦੇ ਲਈ ਚਾਰੇ ਦੇ ਤੌਰ 'ਤੇ ਯੂਜ਼ਫੁਲ ਹੁੰਦੇ ਨੇ। ਦੀਜ਼ ਗ੍ਰਾਸਲੈਂਡਸ ਆਰ ਕੋਲਡ ਸਟੇਪੀਜ਼ ਇਨ ਯੂਰੇਸ਼ੀਆ ਦੇ ਵਿੱਚ ਇਹਨਾਂ ਨੂੰ ਸਟੇਪੀਜ਼ ਕਹਿੰਦੇ ਆਪਾਂ। ਪ੍ਰੇਰੀਜ਼ ਇਨ ਨਾਰਥ ਅਮਰੀਕਾ, ਪੰਪਾਜ਼ ਇਨ ਸਾਊਥ ਅਮਰੀਕਾ ਐਂਡ ਵੈਲਡ ਇਨ ਇਹ ਥੋੜਾ ਜਿਹਾ, ਹਾਂ, ਵੈਲਡ ਇਨ ਸਾਊਥ ਅਫਰੀਕਾ, ਠੀਕ ਹੈ। ਇਹ ਅਲੱਗ-ਅਲੱਗ ਨੇਮਸ ਨੇ ਜਿੱਥੇ ਇਹਨਾਂ ਨੂੰ ਬੁਲਾਇਆ ਜਾਂਦਾ, ਠੀਕ ਹੈ। ਨੈਕਸਟ ਆਪਾਂ ਦੇਖਦੇ ਹਾਂ, ਆ ਵੇਖੋ, ਦੱਸਿਆ ਸੀ ਨਾ ਇੱਥੋਂ ਦੀ, ਇਹਦੇ ਉੱਪਰੋਂ ਦੀ ਇਸ ਤਰ੍ਹਾਂ ਦਾ ਜ਼ੋਨ ਜਿਹੜਾ ਆ, ਹੈ ਨਾ, ਇਸ ਦੇ ਵਿੱਚ ਕਿਹੜਾ ਆ, ਟੈਂਪਰੇਟ ਜ਼ੋਨ ਆ, ਅਤੇ ਇਹਨਾਂ ਵਿੱਚ ਜਿਹੜੀ ਗ੍ਰਾਸ ਮਿਲਦੀ ਆ ਉਹਨੂੰ ਆਪਾਂ ਕਹਿੰਦੇ ਆ ਟੈਂਪਰੇਟ ਗ੍ਰਾਸਲੈਂਡ, ਠੀਕ ਹੈ। ਨੈਕਸਟ ਆਪਾਂ ਦੇਖਦੇ ਹਾਂ, ਰਾਈਟ ਅਬਾਊਟ ਦਾ
ਡੇਜ਼ਰਟ ਵੈਜੀਟੇਸ਼ਨ ਦੇ ਬਾਰੇ ਵਿੱਚ ਦੱਸਣਾ ਆਪਾਂ। ਡਿਊ ਟੂ ਹਾਈ ਟੈਂਪਰੇਚਰ ਐਂਡ ਲੋ ਰੇਨਫॉल देयर इज़ ਲੈਸ ਵੈਜੀਟੇਸ਼ਨ ਇਜ਼ ਇਨ ਹੌਟ ਡੇਜ਼ਰਟਸ। ਠੀਕ ਹੈ, ਕਿਉਂਕਿ ਇੱਥੇ ਟੈਂਪਰੇਚਰ ਬਹੁਤ ਜ਼ਿਆਦਾ ਹੁੰਦੀ ਆ, ਜਿਹੜੀ ਰੇਨਫॉल ਆ ਬਹੁਤ ਘੱਟ ਹੁੰਦੀ ਆ, ਇਸ ਲਈ ਇੱਥੇ ਜਿਹੜੀ ਵੈਜੀਟੇਸ਼ਨ ਕੀ ਆ, ਇੱਥੇ ਰੇਨਫॉल देयर इज़ ਲੈਸ ਵੈਜੀਟੇਸ਼ਨ ਕਿਹੜੀ ਹੈ, ਬਹੁਤ ਘੱਟ ਹੁੰਦੀ ਆ, ਬਹੁਤ ਜ਼ਿਆਦਾ ਨਹੀਂ ਹੁੰਦੀ ਇੱਥੇ। ਠੀਕ ਹੈ, ਓਨਲੀ ਥੋਰਨੀ ਬੁਸ਼ਿਸ, ਜਿਹੜੇ ਕੰਡਿਆਲੇ ਜਿਹੜੀ ਬੁਸ਼ਿਸ ਨੇ, ਛੋਟੇ ਛੋਟੇ ਪੇੜ ਪੌਦੇ ਜਿਹੜੇ ਹੁੰਦੇ ਆ ਉਹਨੂੰ ਆਪਾਂ ਬੁਸ਼ਿਸ ਕਹਿ ਦਿੰਦੇ ਹਾਂ। ਠੀਕ ਹੈ, ਕੰਡਿਆਲੀਆਂ ਹੁੰਦੀਆਂ ਨੇ। ਠੀਕ ਹੈ, ਓਨਲੀ ਥੋਰਨੀ ਬੁਸ਼ਿਸ, ਕੈਕਟਸ, ਸਮੋਲ ਹਰਬਸ ਮੀਨਸ ਜੜੀਆਂ ਬੂਟੀਆਂ। ਠੀਕ ਹੈ, ਜਿਹੜੇ ਛੋਟੇ ਪੇੜ ਪੌਦੇ ਹੁੰਦੇ ਆ ਹਰਬਸ ਦੇ, ਉਹ ਐਂਡ ਗ੍ਰਾਸ ਗਰੋ ਇਨ ਸਚ ਏਰੀਆਜ਼, ਤੇ ਗ੍ਰਾਸ ਅਜਿਹੇ ਏਰੀਆਜ਼ ਦੇ ਵਿੱਚ ਮਿਲਦੇ ਆ। ਕੀ ਮਿਲਦੇ ਆ? ਸ਼ਰਬਸ, ਕੈਕਟਸ, ਸਮੋਲ ਹਰਬਸ ਐਂਡ ਗ੍ਰਾਸ ਇਸ ਖੇਤਰ ਦੇ ਵਿੱਚ ਮਿਲਦੇ ਨੇ। The root of these plants are long and thick enough to secure water from the deep। ਠੀਕ ਹੈ, ਇਹਨਾਂ ਦੀ ਜਿਹੜੀ ਰੂਟ ਹੁੰਦੀ ਆ ਬਹੁਤ ਜ਼ਿਆਦਾ ਮੋਟੀ ਹੁੰਦੀ ਆ, ਬਹੁਤ ਜ਼ਿਆਦਾ ਅੰਦਰ ਤੱਕ ਜਾਂਦੀ ਹੈ ਤਾਂ ਜੋ ਪਾਣੀ ਨੂੰ ਬਚਾ ਕੇ ਰੱਖ ਸਕਣ ਆਪਣੇ ਲਈ। ਠੀਕ ਹੈ, ਇਸ ਤਰ੍ਹਾਂ ਦੇ ਇਹ ਪੇੜ ਪੌਦੇ ਹੁੰਦੇ ਨੇ। ਨੈਕਸਟ ਕੀ ਆ? why is it necessary to conserve ਫੋਰੈਸਟ ਨੂੰ ਬਚਾਉਣਾ ਕਿਉਂ ਜ਼ਰੂਰੀ ਹੈ, ਕਿਉਂ ਇੰਪੋਰਟੈਂਟ ਹੈ? ਫੋਰੈਸਟ ਫੁਲਫਿਲ ਆਵਰ ਡੇਲੀ ਨੀਡਸ, ਸਾਡੀ ਰੋਜ਼ ਦੀ ਜਿਹੜੀ ਜ਼ਰੂਰਤ ਹੈਗੀ ਆ ਉਸ ਨੂੰ ਪੂਰਾ ਕਰਦੇ ਨੇ। ਥੀਸ ਆਰ ਯੂਜ਼ਡ ਫॉर ਵੁੱਡ, ਪੇਪਰ ਮੇਕਿੰਗ, ਰੇਲਵੇ ਬੋਗੀਜ਼, ਰੇਆਨ ਐਕਸੈਟਰਾ। ਠੀਕ ਹੈ, ਇਹ ਚੀਜ਼ਾਂ ਨੇ ਜਿਸ ਦੇ ਵਿੱਚ ਆਪਾਂ ਫੋਰੈਸਟ ਨੂੰ ਯੂਜ਼ ਕਰਦੇ ਹਾਂ। With the increase in population, the forest should be laid on the conservation of forest and planting new trees। ਠੀਕ ਹੈ, ਹੁਣ ਕੀ ਆ? ਇਨਕਰੀਜ਼ ਹੋ ਰਹੀ ਹੈ ਪੋਪੂਲੇਸ਼ਨ, ਆਪਾਂ ਸਟ੍ਰੈਸ ਪਾ ਰਹੇ ਹਾਂ ਇਹਨਾਂ ਪੇੜ ਪੌਦਿਆਂ ਤੇ, ਇਸ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ? ਇਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਠੀਕ ਹੈ, ਰੁੱਖ ਪੇੜ ਪੌਦੇ ਜਿਹੜੇ ਘੱਟ ਕੱਟਣੇ ਚਾਹੀਦੇ ਆ ਤੇ ਵੱਧ ਤੋਂ ਵੱਧ ਲਾਉਣੇ ਚਾਹੀਦੇ ਆ। ਠੀਕ ਹੈ, ਕਿਉਂਕਿ ਇਹ ਸਾਡੀਆਂ ਬਹੁਤ ਸਾਰੀਆਂ ਨੀਡਸ ਨੂੰ ਫੁੱਲਫਿਲ ਕਰਦੇ ਆ, ਪੂਰੀਆਂ ਕਰਦੇ ਨੇ। ਠੀਕ ਹੈ, ਨੈਕਸਟ ਕੁਐਸਚਨ ਹੈ ਆਪਣਾ, ਚਲੋ ਜੀ ਆਪਣਾ ख़त्म ਹੋ ਗਿਆ ਇਹ ਚੈਪਟਰ। ਠੀਕ ਹੈ, ਹੁਣ ਇਹ ਚੈਪਟਰ ਤੁਹਾਨੂੰ ਜਿਹੜੀ ਇਹ ਚੈਪਟਰ ਆ ਕਿਸ ਤਰ੍ਹਾਂ ਲੱਗਿਆ ਤੁਹਾਨੂੰ, ਤੇ ਜੇ ਕੋਈ ਪ੍ਰੋਬਲਮ ਹੈ ਤਾਂ ਤੁਸੀਂ ਮੈਨੂੰ ਉਹ ਵੀ ਦੱਸ ਸਕਦੇ ਹੋ। ਠੀਕ ਹੈ, ਤਾਂ ਜੋ ਮੈਂ ਆਪਣੀ ਜਿਹੜੀ ਆਉਣ ਵਾਲੀ ਵੀਡੀਓ ਹੋਊਗੀ ਉਸ ਦੇ ਵਿੱਚ ਇਸ ਨੂੰ ਇੰਪਰੂਵ ਕਰਨ ਦੀ ਕੋਸ਼ਿਸ਼ ਕਰਾਂਗੀ। ਠੀਕ ਹੈ, ਤੇ ਇਹ ਕਿਸ ਤਰ੍ਹਾਂ ਲੱਗੇ ਤੁਸੀਂ ਨੀਚੇ ਕਮੈਂਟ ਕਰਕੇ ਦੱਸ ਦਿਆ ਕਰੋ, ਤਾਂ ਜੋ ਮੈਨੂੰ ਪਤਾ ਲੱਗੇ ਵੀ ਵੀਡੀਓ ਤੁਹਾਨੂੰ ਸਮਝ ਵੀ ਆ ਰਿਹਾ ਕਿ ਨਹੀਂ ਆ ਰਿਹਾ। ਠੀਕ ਹੈ, ਇਹ ਮੇਰੇ ਲਈ ਬੈਨੀਫੀਸ਼ੀਅਲ ਹੋਏਗਾ, ਮੈਂ ਅੱਗੇ ਜਾ ਕੇ ਇੰਪਰੂਵਮੈਂਟ ਕਰ ਸਕਾਂਗੀ। ਠੀਕ ਹੈ, ਤੇ ਜੇ ਇਸ ਦੀ PDF ਕਈ ਵਾਰ ਹੋ ਸਕਦਾ ਨਾ ਵੀ ਤੁਹਾਨੂੰ ਲਿਖਣ ਦੇ ਵਿੱਚ ਕੋਈ ਪ੍ਰੋਬਲਮ ਆਵੇ ਹੈ ਨਾ, ਜਾਂ ਕੋਈ ਕੁਝ ਦਿਖ ਨਾ ਰਿਹਾ ਹੋਵੇ, ਤਾਂ ਤੁਸੀਂ ਇਸ ਦੀ PDF ਮੇਰੇ ਟੈਲੀਗ੍ਰਾਮ ਚੈਨਲ ਤੇ ਵੀ ਪ੍ਰਾਪਤ ਕਰ ਸਕਦੇ ਹੋ। ਠੀਕ ਹੈ, ਉਹਦਾ ਲਿੰਕ ਮੈਂ ਆਪਣੇ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਾਂਗੀ, ਨੀਚੇ ਤੁਸੀਂ ਦੇਖ ਸਕਦੇ ਹੋ। ਠੀਕ ਹੈ, ਤੇ ਤੁਸੀਂ ਮੈਨੂੰ ਇੰਸਟਾਗ੍ਰਾਮ ਤੇ ਵੀ ਫੋਲੋ ਕਰ ਸਕਦੇ ਹੋ। ਠੀਕ ਹੈ।